ਲਾਡੀ ਜੀ ਸਤਿ ਸ਼੍ਰੀ ਅਕਾਲ ਸਰ। शुक्रिया गोपी जी मेरे कोलों ये वतन मेरे दी महक है संदीप खिड़िया फुल गुलाबी गबरू ते मुटियारा जिथे तुरदे तोर नवाबी वंड दे प्यार ने पाक पवित्र रखण के दिना बाजी लाडी मंगे दवावां रब तो मेरे वास्ते रहन पंजाबी मेरे कुछ तो गीत ही बहुत वधिया सी जी ते कुछ दूरदर्शन वाले ने फिल्माया बड़ा वधिया एक मैनू रोंदे नू वरा के अखां पूंज के रुमाल नाल मेरियां दलासा दे के रोण लग पई दलासा दे के रोण लग पई तेरी याद अम्मी नी बड़ी आवे हाय नी विच परदेसां दे केड़ा तेरे बाजों लाड लडावे हाय नी विच परदेसां दे। ਇਹ ਗੀਤ ਜਦੋਂ ਵੀ ਕੋਈ ਸੁਣਦਾ ਹੈ, ਕੋਈ ਭੈਣ ਭਰਾ ਬਾਹਰਲੇ ਮੁਲਕ ਬੈਠਾ ਸੁਣਦਾ, ਮੈਨੂੰ ਨਹੀਂ ਲੱਗਦਾ ਕਿਸੇ ਦੇ ਅੱਖਾਂ ਦੇ ਹੰਝੂ ਨਾ ਆਏ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਆਰਡੀ ਬੱਬੀ। ਅੱਜ ਗੱਲ ਕਰਦੇ ਹਾਂ 1993 ਤੋਂ ਲੈ ਕੇ 2022 ਚੱਲ ਰਿਹਾ, ਉਦੋਂ ਤੋਂ ਲੈ ਕੇ ਹੁਣ ਤੱਕ ਸਾਡੇ ਵਿਚਕਾਰ ਵਿਚਰਦੇ ਨੇ, ਸਾਡੇ ਵਿਚਕਾਰ ਉਸ ਤਰੀਕੇ ਦੇ ਨਾਲ ਹੀ ਜਿਸ ਤਰੀਕੇ ਨਾਲ ਮਾਨ ਸਨਮਾਨ ਉਸ ਟਾਈਮ ਤੋਂ ਚੱਲ ਰਿਹਾ ਹੈਗਾ ਪੰਜਾਬੀ ਸਿੰਗਰ ਸੁਰਿੰਦਰ ਲਾਡੀ ਜੀ। ਸਤਿ ਸ਼੍ਰੀ ਅਕਾਲ ਸਰ। शुक्रिया गोपी जी मेरे कोलों वतन मेरे दी महक है संदीप खिड़िया फुल गुलाबी गबरू ते मुटियारा जिथे तुरदे तोर नवाबी वंड दे प्यार ने पाक पवित्र रखण के दिना बाजी लाडी मंगे दवावां रब तो मेरे वास्ते रहन पंजाबी मेरे सोहने लोग पंजाबी सारा बहुत ही प्यार में सत श्री अकाल। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹੋਰ ਕਿੱਦਾਂ ਭਾਜੀ? ਠੀਕ ਠਾਕ? ਬਹੁਤ ਕਿੱਦਾਂ ਚੱਲਦੀ ਲਾਈਫ? बस चली जाती है ਭਾਜੀ ਬੜਾ ਲੰਮਾ ਟਾਈਮ ਤੁਹਾਨੂੰ ਇਸ ਫੀਲਡ ਦੇ ਵਿੱਚ ਹੋ ਗਿਆ जी 93 ਤੋਂ ਲੈ ਕੇ 2022 ਤੱਕ ਦਾ ਸਮਾਂ ਤੁਸੀਂ ਬਾਖੂਬੀ ਵੇਖਿਆ, जी ਕੀ ਮਤਲਬ ਫਰਕ ਮਹਿਸੂਸ ਕਰਦੇ ਹੋ? क्योंकि जो जनरेशन गैप है हर खिते विच हर फील्ड विच हुंदा ਜੀ फिल्मां ला लो स्टेजां दा ला लो म्यूजिक दा ला लो ਜਾਂ ਖੇਤੀਬਾੜੀ ਕਿਤੇ ਵੀ ਜਾ ਲਓ ਜੇ ਹਰ ਚੀਜ਼ ਨੇ ਸਮੇਂ ਨਾਲ ਅਪਡੇਟ ਹੋਣਾ ਹੁੰਦਾ ਤੇ ਕੁਝ ਚੀਜ਼ਾਂ ਉਦੋਂ ਚੰਗੀਆਂ ਸੀਗੀਆਂ, ਕੁਝ ਚੀਜ਼ਾਂ ਹੁਣ ਵਧੀਆ ਜੀ ਤੇ ਇੰਜੋਏ ਕਰੀਦਾ ਹਰ ਚੀਜ਼ ਨੂੰ। ਚੇਂਜ ਤਾਂ ਬਹੁਤ ਆਈ ਹੈ। ਆਪਾਂ ਪਿੱਛੇ ਦੀ ਪਲ ਝਾਤ ਮਾਰੀਏ, ਜਦੋਂ 93 ਦੇ ਵਿੱਚ ਆਏ ਹੋ ਇਸ ਫੀਲਡ ਦੇ ਵਿੱਚ, ਜੀ ਕਿੰਨਾਂ ਦੀ ਮਾਰਫਤ, ਕਿਹਨੂੰ ਸੁਣ ਕੇ? ਇੱਦਾਂ ਵੀ ਮੇਰੇ ਮਾਰਗਦਰਸ਼ਕ ਜਿਹੜੇ ਇੱਦਾਂ ਜਿਹਨਾਂ ਨੂੰ ਸੁਣ ਕੇ ਜਿਹਨਾਂ ਨੂੰ ਫੋਲੋ ਕੀਤਾ ਉਹ ਵੀ ਕਾਫੀ ਲਾਈਨ ਲੰਬੀ ਹੈ ਜੀ ਤੇ ਬਾਕੀ ਮੈਂ ਜਿਹੜਾ ਪੰਜਾਬੀਆਂ ਦਾ ਮਨ ਗੁਰਦਾਸ ਮਾਨ ਕਿਆ ਬਾਤ ਹੈ। ਉਹਨਾਂ ਨੂੰ ਔਰ ਹਾਕਮ ਸੂਫੀ ਸਾਹਿਬ ਦੇ ਗੀਤ ਮੈਂ ਕੁਆਲਿਟੀ ਬਹੁਤ ਗਾਉਂਦਾ ਹੁੰਦਾ ਸੀ ਜੀ ਪਰ ਸ਼ਾਇਦ ਮੈਂ ਇਸ ਪਾਸੇ ਨਾ ਵੀ ਆਉਂਦਾ ਕਿਉਂਕਿ ਮੇਰੀ ਜਿਹੜੀ ਸਟੱਡੀ ਹੈ ਉਹ ਕਿਸੇ ਹੋਰ ਲਾਈਨ ਦੀ ਤੇ ਮੈਂ ਹੋਰ ਕਿਸੇ ਪਾਸੇ ਚਲਾ ਗਿਆ ਜੀ ਤੇ ਸ਼ੁਰੂ ਘਰਦਿਆਂ ਵਿਰੋਧ ਵੀ ਕੀਤਾ ਕਿ ਵੀ ਕਿਹੜੇ ਚੱਕਰਾਂ 'ਚ ਪੈ ਗਏ? ਹਾਂਜੀ ਕਿਉਂਕਿ ਮੈਂ ਪਹਿਲਾਂ ਬੀਕਾਮ ਕੀਤੀ ਦੋਬਾ ਗੋਰੀ ਤੋਂ, ਉਸ ਤੋਂ ਬਾਅਦ ਐਮਏ ਇਕਨੋਮਿਕਸ ਕੀਤੀ ਜੀ ਉਸ ਤੋਂ ਬਾਅਦ ਡਿਪਲੋਮਾ ਐਕਸਪੋਰਟ ਮੈਨੇਜਮੈਂਟ ਕੀਤਾ। ਜੇ ਮੈਂ ਸਟੱਡੀ ਹਿਸਾਬ ਨਾਲ ਬੁਲਾਵਾਂ ਤੇ ਮੈਨੂੰ ਕੋਈ ਚਾਰਟਰਡ ਅਕਾਊਂਟੈਂਟ ਕਿਸੇ ਬੈਂਕ ਦਾ ਮੈਨੇਜਰ ਹੋਣਾ ਚਾਹੀਦਾ ਸੀ ਪਰ ਸਮੇਂ ਨੂੰ ਜਾਂ ਮੇਰੀ ਕਿਸਮਤ ਨੂੰ ਕੋਈ ਹੋਰ ਮਨਜ਼ੂਰ ਸੀ ਜੀ ਤੇ ਮੈਂ ਕਾਲਜ ਟਾਈਮ ਭੰਗੜਾ ਪਾਉਣ ਲੱਗ ਗਿਆ। ਭੰਗੜੇ ਤੋਂ ਹੌਲੀ ਹੌਲੀ ਜਦੋਂ ਕਿਤੇ ਕੰਪੀਟੀਸ਼ਨ ਲੜਨ ਜਾਣਾ ਤਾਂ ਰਸਤੇ ਜਾਂਦਿਆਂ ਢੋਲ ਦੇ ਨਾਲ ਬੋਰੀਆਂ ਵਗੈਰਾ ਪਾਉਂਦੇ ਹੋਣਾ ਤੇ ਮੇਰੇ ਬਹੁਤ ਹੀ ਪਿਆਰੇ ਦੋਸਤ ਜਿਹੜੇ ਮੇਰੇ ਸਮਕਾਲੀ ਜਿਹੜੇ ਨਾਲ ਮੇਰੇ ਭੰਗੜਾ ਪਾਉਂਦੇ ਹੁੰਦੇ ਸੀ ਰਸ਼ਪਾਲ ਬਸਰਾ ਜੀ ਤੋਂ ਇੱਕ ਮੇਰੇ ਦੋਸਤ ਸੀਗੇ ਦਲਵਿੰਦਰ ਸਿੰਘ ਢੱਡਾ ਤੇ ਸ਼ਰਨਜੀਤ ਸਿੰਘ ਜਿਹੜੇ ਕਿ ਕੈਨੇਡਾ ਵਿੱਚ ਨੇ, ਉਹਨਾਂ ਨੇ ਮੈਨੂੰ ਬਹੁਤ ਉਤਸ਼ਾਹਿਤ ਕੀਤਾ ਕਿ ਤੈਨੂੰ ਗਾਉਣਾ ਵੀ, ਤੇਰੀ ਆਵਾਜ਼ ਵਧੀਆ ਗਾਉਣਾ ਚਾਹੀਦਾ ਜੀ। ਫਿਰ ਸਾਡੇ ਉਸਤਾਦ ਢੋਲੀ ਜਿਹੜੇ ਸੀਗੇ ਸਵਰਗੀ ਦੇਸਰਾਜ ਜੀ ਔਰ ਸਵਰਗੀ ਨਿਰਮਲ ਜੀ ਮਸਲੇ ਕੋਚ ਸਾਹਿਬ, ਉਹਨਾਂ ਤੇ ਔਰ ਡਾਕਟਰ ਹਰਜੀਤ ਪੱਲੀ ਉਹਨਾਂ ਦੇ ਕਹਿਣ 'ਤੇ ਫਿਰ ਮੈਂ ਹੌਲੀ ਹੌਲੀ ਇਸ ਲਾਈਨ ਵਿੱਚ ਕਾਲਜ 'ਚ ਆ ਗਿਆ ਸੀ। ਕਾਲਜ ਦੇ ਵਿੱਚ ਅਸੀਂ ਮੈਂ ਔਰ ਮੇਰਾ ਇੱਕ ਸਮਕਾਲੀ ਸਿੰਗਰ ਸੀ ਉਸ ਟਾਈਮ ਜੀ, ਕਿਉਂਕਿ ਉਦੋਂ ਦੋ ਜਣੇ ਟੀਮ ਬਣਦੀ ਹੁੰਦੀ ਸੀ ਜੀ, ਜਾਂ ਪੋਇਟਰੀ ਤੇ ਗਾਇਕ ਹੋਣਾ ਜਾਂ ਮੋਨੋ ਐਕਟਿੰਗ ਤੇ ਪੋਇਟਰੀ ਹੋਣੀ ਜਾਂ ਦੋਨੇ ਗਾਇਕ ਹੋ ਕੇ ਤਾਂ ਟੀਮ ਬਣ ਕੇ ਕੰਪੀਟੀਸ਼ਨ ਲੜ ਸਕਦੇ ਸੀ ਜੀ। ਤਾਂ ਸਬਬ ਬਣਿਆ ਕਿ ਇੱਦਾਂ ਮੈਨੂੰ ਉਹਨਾਂ ਦਾ ਦੂਜਾ ਸਿੰਗਰ ਸੀ ਸਾਡੇ ਕਾਲਜ ਦਾ, ਉਹ ਤਾਂ ਸਿੱਖ ਸੀਗਾ, ਨਹੀਂ ਆਇਆ, ਬਿਮਾਰ ਹੋ ਗਿਆ ਤੇ ਮੈਨੂੰ ਨਾਲ ਲੈ ਗਿਆ ਤੇ ਉਦੋਂ ਅਸੀਂ ਪ੍ਰਾਈਜ਼ ਜਿੱਤ ਕੇ ਲਿਆਂਦਾ ਕਾਲਜ ਵਾਸਤੇ ਔਰ ਮੇਰੇ ਵਾਸਤੇ ਕੰਸੋਲੇਸ਼ਨ ਪ੍ਰਾਈਜ਼ ਜਿੱਤ ਕੇ ਲਿਆਂਦਾ। ਉਸ ਤੋਂ ਬਾਅਦ ਫਿਰ ਮੈਂ ਟੀਮ ਦਾ ਪੱਕਾ ਮੈਂਬਰ ਮੈਂ ਬਣ ਗਿਆ ਉੱਧਰਲੇ ਪਾਸੇ ਤੇ ਫਿਰ ਉਸ ਕਾਲਜ ਟਾਈਮ ਮੇਰੀ ਜਦੋਂ ਮੈਂ ਬੀਕਾਮ ਵੀ ਕਰਦਾ ਸੀ ਮੇਰੀ ਸ਼ੁਰੂਆਤ ਜਿਹੜੀ ਗਾਇਕੀ ਦੀ ਕਾਲਜ ਟਾਈਮ ਹੀ ਹੋ ਜਾਂਦੀ ਹੈ ਜੀ। ਉਸ ਤੋਂ ਬਾਅਦ ਅਗਲੇ ਰਿਕਾਰਡਿੰਗ ਵਾਲਾ ਸਿਸਟਮ ਜਦੋਂ ਮੈਂ ਕਾਲਜ ਛੱਡਿਆ ਉਦੋਂ ਬੱਬੀ ਤੁਹਾਨੂੰ ਪਤਾ ਵੀ ਜਦੋਂ ਕਾਲਜੋਂ ਨਿਕਲਦੇ ਆ ਮੁੰਡੇ ਨੌਕਰੀ ਦੀ ਭਾਲ ਹੁੰਦੀ ਜਿਉਂ ਪੈਸੇ ਨਹੀਂ ਹੁੰਦੇ। ਬਿਲਕੁਲ ਬਿਲਕੁਲ ਨੌਕਰੀ ਦੀ ਭਾਲ ਹੁੰਦੀ ਹੈ। ਘਰਦਿਆਂ ਕਿਰਾਇਆ ਵੀ ਘਰਦਿਆਂ ਨੂੰ ਮੰਗਣਾ, ਪੜ੍ਹਨ ਵੇਲੇ ਤਾਂ ਸੌਖਾ ਕਿਰਾਇਆ ਮਿਲਦਾ ਵੀ ਮੈਂ ਫੀਸ ਦੇਣੀ ਹੈ, ਜਦੋਂ ਕੁਝ ਨਾ ਕੁਝ ਇੱਧਰੋਂ ਤੋਂ ਪੈਸੇ ਕਰ ਲੈਂਦਾ, ਵੱਧ ਘੱਟ ਵੀ ਚੱਲ ਜਾਂਦਾ ਜੀ। ਪਰ ਉਦੋਂ ਜਦੋਂ ਪੈਸੇ ਹੁੰਦੇ ਨਹੀਂ ਕੋਲ ਤੇ ਸ਼ੌਕ ਹੋਣ ਦਾ ਬੜਾ ਸੀਗਾ, ਇੱਕ ਜਨੂਨ ਸੀਗਾ ਕਿ ਮੈਂ ਕੁਝ ਬਣਨਾ ਜੀ। ਕਿਉਂਕਿ ਹਾਕਮ ਸੂਫੀ ਸਾਹਿਬ ਦੀ ਇੱਕ ਫਿਲਮ ਸੀਗੀ ਨੈਣਾ ਦੇ ਬਣਜਾਰੇ ਜੀ, ਫਿਲਮ ਰਿਲੀਜ਼ ਨਹੀਂ ਹੋ ਸਕੀ ਬਾਈ ਚਾਂਸ, ਉਹਦੇ ਵਿੱਚ ਉਹਨਾਂ ਦਾ ਅਖਾੜਾ ਲੱਗਣਾ ਸੀ, ਅਸੀਂ ਭੰਗੜਾ ਪਾਇਆ
ਤੇ ਲੋਕਾਂ ਨੇ ਜਿੰਨੀ ਆਡੀਅנס ਤੇ ਬਹੁਤ ਲੋਕ ਉਦੋਂ ਰੁਝਾਨ ਸੀ ਫਿਲਮਾਂ ਦੀ ਸ਼ੂਟ ਦੇਖਣ ਨੂੰ ਪਿੰਡਾਂ ਵਿੱਚ ਹਜ਼ਾਰਾਂ ਦੇ ਕਰੀਬ ਲੋਕ ਜਾਂਦੇ ਸੀ ਜੀ। ਤੇ ਉਹਨਾਂ ਨਾਲ ਫੋਟੋਆਂ ਕਰਾਉਣ ਦਾ ਵਾਰ ਨਾ ਫੋਟੋਗ੍ਰਾਫਰ ਕੋਈ ਆਪਣੇ ਲੈ ਕੇ ਆਏ ਫੋਟੋਗ੍ਰਾਫਰ ਖੈਰ ਹੁਣ ਤਾਂ ਮੋਬਾਈਲਾਂ ਵਿੱਚ ਖਿੱਚ ਲੈਂਦੇ ਆਪਾਂ। ਤੇ ਉਹਦੇ ਇੱਕ ਮਨ ਵਿੱਚ ਇੱਕ ਵਲਵਲਾ ਜਨੂੰਨ ਜਿਹਾ ਉੱਠ ਵੀ ਥੋੜ੍ਹਾ ਤਾਂ ਮੈਂ ਵੀ ਗੱਲ ਨਾ ਜੀ ਇਹ ਮੇਰੇ ਨਾਲ ਵੀ ਲੋਕੀ ਫੋਟੋ ਖਿਚਾਇਆ ਕਰਦੇ। ਪਰ ਉਸ ਤੋਂ ਬਾਅਦ ਫਿਰ ਭੰਗੜੇ ਤੋਂ ਮੈਂ ਥੋੜ੍ਹਾ ਪਿੱਛੇ ਹਟ ਗਿਆ। ਤੇ ਜਦੋਂ ਕਾਲਜ ਤੋਂ ਬਾਅਦ ਜਦੋਂ ਮੈਂ ਕਾਲਜ ਤੋਂ ਬਾਹਰ ਨਿਕਲਦਾ ਤੇ ਫਿਰ ਮੇਰੇ ਦੋਸਤ ਦਲਵਿੰਦਰ ਢੱਡਾ ਸਵਰਗੀ ਡੈਥ ਹੋ ਗਈ ਬਹੁਤ ਚਿਰ ਪਹਿਲਾਂ ਹੀ। ਤੇ ਰਸ਼ਪਾਲ ਬਸਰਾ ਤੇ ਸ਼ਾਹਜੀਤ ਮੋਨੀ ਉਹਨਾਂ ਨੇ ਕਿਹਾ ਕਿ ਪੈਸੇ ਦਿੱਤੇ ਸੀ ਉਹਨੇ ਤੂੰ ਕੈਸਟ ਕੱਢੋ। ਫਿਰ ਬਾਅਦ ਅਸ਼ੋਕ ਸ਼ਰਮਾ ਜੀ ਮੈਨੂੰ ਬਹੁਤ ਤਿਆਰੀ ਕਰਾਈ ਜਿਹੜੇ ਉਸਤਾਦ ਜੀ ਨੇ ਮੇਰੇ। ਉਹਨਾਂ ਨੇ ਫਿਰ ਐਸੀ ਮੈਟਰ ਤਿਆਰ ਕੀਤਾ ਸੁਰਜੀਤ ਚਾਂਸਾਂ ਵਾਲਾ ਰਾਣਾ ਭੋਗਪੁਰੀਆ ਕੁਲਦੀਪ ਗਿੱਲ ਨੇ ਹਾਲੂਵਾਲ ਕਾਫੀ ਇੱਦਾਂ ਗੀਤਕਾਰਾਂ ਦੇ ਗੀਤ ਇਕੱਠੇ ਕਰਕੇ ਅਸੀਂ ਉਹ ਤਿਆਰੀ ਕਰਦੇ ਆ 5-6 ਮਹੀਨੇ। ਇਹਦੇ ਪੈਸੇ ਇਕੱਠੇ ਕੀਤੇ ਸੀ। ਤੋ ਅਤੁਲ ਸ਼ਰਮਾ ਜੀ ਨੇ ਪਹਿਲੀ ਟੇਪ ਮੇਰੀ ਕਰਦੇ ਆ ਸਨ 1993 ਦੇ ਵਿੱਚ। ਉਦੋਂ ਰੀਲਾਂ ਦਾ ਸਮਾਂ ਸੀ। ਰੀਲਾਂ ਆਈ ਸੀ ਡੈਕਾਂ ਦੇ ਵਿੱਚ ਵੱਜਦੀ। ਅਤੁਲ ਸ਼ਰਮਾ ਜੀ ਨੇ ਬੀਜ ਦਿੱਤਾ ਉਹਦਾ ਤੇ ਜਿਹੜਾ ਮੇਰਾ ਗੀਤ ਮੇਨ ਉਹਦੇ ਵਿੱਚ ਕਲਿੱਕ ਕੀਤਾ ਸੀਗਾ। ਇੱਕ ਵਾਰ ਵੀ ਤੁਹਾਨੂੰ ਹੋਰ ਉਹਦੀ ਬੱਬੀ ਜੀ ਦੀ ਗੱਲ ਦੱਸਦਾ ਤੁਹਾਨੂੰ ਮੈਂ। ਆਪਾਂ ਇੱਕ ਸਮਾਗਮ ਤੇ ਪਿੱਛੇ ਜਾਇਆ ਮਿਲੇ ਸੀਗੇ ਜੀ। ਜਿਹੜੇ ਪੱਤਰਕਾਰ ਨੇ ਆਪਣੇ ਵੀ ਅਜੀਤ ਭਾਜੀ ਦੇ ਫਾਦਰ ਸਾਹਿਬ ਭੋਗ ਤੇ ਉੱਥੇ ਮੈਂ ਬਾਬੂ ਸਿੰਘ ਮਾਨ ਸਾਹਿਬ ਨੂੰ ਪਹਿਲੀ ਵਾਰੀ ਮਿਲਦਾ ਤਕਰੀਬਨ ਮੇਰੇ ਗੀਤ ਆਉਣ ਤੋਂ 25 ਸਾਲ ਬਾਅਦ। ਕਿਆ ਬਾਤ ਹੈ। ਉਹ ਗੀਤ ਉਹਨਾਂ ਦਾ ਲਿਖਿਆ ਹੋਇਆ ਸੀ ਜੀ। ਅੱਛਾ ਕਦੇ ਮਿਲਿਆ ਨਹੀਂ ਕਿਉਂਕਿ ਇੱਦਾਂ ਕਿਸੇ ਕੋਈ ਸਰ NSS ਦੇ NCC ਦੇ ਕੈਂਪ ਲੱਗਿਆ ਕਰਦੇ ਸੀ ਉਹਦੇ ਵਿੱਚ ਇੱਕ ਮੁੰਡਾ ਗੀਤ ਗਾਇਆ ਕਰਦਾ ਸੀ। ਇੱਕ ਬਲਵਿੰਦਰ ਸਾਡੇ ਹੌਲਦਾਰ ਨੇ ਉਹ ਵੀ ਗਾਉਂਦੇ ਹੁੰਦੇ ਸੀ ਗੀਤ। ਮੈਂ ਉੱਥੇ ਕਿਸੇ ਨੂੰ ਗੀਤ ਬੜਾ ਲੱਗਿਆ ਅੱਖਾਂ ਪੂੰਝ ਕੇ ਰੁਮਾਲ ਨਾਲ ਮੇਰੇ ਦਰਾਸਾ ਦੇ ਕੇ ਰੋਣ ਲੱਗ ਪਈ। ਇਹ ਬਲਵਿੰਦਰ ਸਿੰਘ ਹੌਲਦਾਰ ਜਿਹੜੇ ਕਿ ਸਾਡੇ ਭੋਗਪੁਰ ਦੇ ਨਜ਼ਦੀਕੀ ਪਿੰਡ ਮੇਰਾ ਕਾਲੂਆ ਇਸ ਵੇਲੇ DSP ਨੇ ਉਹ ਪੰਜਾਬ ਪੁਲਿਸ 'ਚ ਉਹਨਾਂ ਕੋਲ ਗੀਤ ਲਿਆ ਸੀ ਪੂਰਾ ਗੀਤ ਗਾਇਆ। ਅੱਛਾ ਸਾਨੂੰ ਨਹੀਂ ਪਤਾ ਬਾਬੂ ਸਿੰਘ ਮਾਨ ਦਾ ਗੀਤ ਉਹਨਾਂ ਦੀ ਬਦੌਲਤ ਤੁਹਾਨੂੰ ਮਿਲਿਆ ਮੈਨੂੰ ਜੀ। ਤੇ ਸਾਨੂੰ ਪਤਾ ਨਹੀਂ ਸੀ ਕਿ ਹੈ ਕਿੱਦਾਂ ਹੈ। ਅੱਛਾ ਜੀ। ਅਸੀਂ ਇੱਦਾਂ ਇੱਕ ਗੀਤ ਬਹੁਤ ਵਧੀਆ ਸਾਰੇ ਗਾਣੇ ਵਧੀਆ ਅਸੀਂ ਰਿਸਕ ਲੈ ਕੇ ਗੀਤ ਰਿਕਾਰਡ ਕਰਾਤਾ। ਕਿਆ ਬਾਤ। ਚੋਰੀ ਦਾ ਗੀਤ। ਤੇ ਜਦੋਂ ਗੀਤ ਸਾਡਾ ਮੁੜ ਕੇ ਦੂਰਦਰਸ਼ਨ ਕੇ ਅੰਦਰ ਰਿਕਾਰਡ ਕਰਾਉਣੇ ਆ ਤੇ ਨਿਰਮਲ ਸਿੱਧੂ ਭਾਜੀ ਦਾ ਵੀ ਉਸੇ ਦਿਨ ਹੀ ਸ਼ੂਟ ਸੀਗਾ ਸਾਡਾ ਵੀ ਸੀਗਾ। ਤੇ ਉਹ ਕਹਿੰਦੇ ਗੀਤ ਪਤਾ ਕਿਹਦਾ ਤੈਨੂੰ? ਮੈਂ ਕਿਹਾ ਜੀ ਨਹੀਂ। ਕਹਿੰਦੇ ਗੀਤ ਤੇ ਸ਼ਾਦੀ ਦਾ। ਸ਼ਾਦੀ ਤੋਂ ਮੈਂ ਇਸ ਲਾਈਨ 'ਚ ਨਵਾਂ ਸੀ। ਕਹਿੰਦੇ ਦਿਲਸ਼ਾਦ ਅਖਤਰ ਕੀ ਗੀਤ ਆਉਂਦਾ ਹੈ। ਕਿਆ ਬਾਤ। ਅਸੀਂ ਸ਼ਾਦੀ ਕਹਿੰਦੇ ਪਿਆਰ ਨਾਲ। ਠੀਕ ਹੈ। ਤੇ ਇਹ ਮਾਨ ਮਰਾੜਾ ਦਾ ਲਿਖਿਆ ਹੋਇਆ ਗੀਤ ਤੇ ਉਹਦਾ ਨਾਮ ਦੇ ਦਿਓ ਕੈਪਸ਼ਨ ਤੇ ਜ਼ਰੂਰ ਨਹੀਂ ਤਾਂ ਘਰ ਕੇਸ ਕਰ ਦੇਣਾ ਉਹਨਾਂ ਨੇ। ਸ਼ਾਇਦ ਮੈਂ ਕਿਤੇ ਗਲਤ ਨਾ ਹੋਵਾਂ ਵੀ 92 ਦੇ ਵਿੱਚ ਹੀ ਬਾਬਾ ਹਰਭਜਨ ਮਾਨ ਦੀ ਟੇਪ ਆਈ ਸੀ ਚਿੱਠੀਆਂ ਨੀ ਚਿੱਠੀਆਂ ਜੀ। ਉਦੋਂ ਵੀ ਬਾਬੂ ਸਿੰਘ ਮਾਨ ਜ਼ਿਆਦਾ ਮਤਲਬ ਬਹੁਤ ਜ਼ਿਆਦਾ ਸਿੰਗਰ ਸੋਲੋ ਦੇ ਵਿੱਚ ਜੀ ਕਿਉਂਕਿ ਉਸ ਤੋਂ ਪਹਿਲਾਂ ਡਿਊਟ ਦੇ ਵਿੱਚ ਬੜਾ ਨਾਮ ਸੀਗਾ। ਬਿਲਕੁਲ ਜੀ। ਤੇ ਮਾਨ ਮਰਾੜਾ ਵਾਲੇ ਗੀਤ ਸਦੀਕ ਸਾਹਿਬ ਬਹੁਤ ਕਹਿੰਦੇ ਜੀ। ਤਾਂ ਉਦੋਂ ਉਸ ਤੋਂ ਬਾਅਦ ਜਦੋਂ ਮੈਂ ਗੀਤ ਗਾ ਦਿੰਦਾ ਤੇ TV ਤੇ ਨਾਂ ਵੀ ਬਾਬੂ ਸਿੰਘ ਮਾਨ ਹੋ ਜਾਂਦਾ। ਇੱਕ ਐਸਟੈਬਲਿਸ਼ ਗੀਤਕਾਰ ਕਿੱਡਾ ਵੱਡਾ ਇੱਕ ਉਹ ਇਤਿਹਾਸ ਰਚਣ ਵਾਲਾ ਗੀਤਕਾਰ ਜਦੋਂ ਉਹਦਾ ਨਾਂ ਥੱਲੇ ਆ ਗਿਆ ਤੇ ਮੈਨੂੰ ਉਹਦੇ ਨਾਲ ਹਲਾਰਾ ਮਿਲ ਗਿਆ। ਤੇ ਉਹ ਗੀਤ ਕੁਛ ਤਾਂ ਗੀਤ ਹੀ ਬਹੁਤ ਵਧੀਆ ਸੀ ਜੀ ਤੇ ਕੁਛ ਦੂਰਦਰਸ਼ਨ ਵਾਲਿਆਂ ਨੇ ਫਿਲਮਾਇਆ ਬੜਾ ਵਧੀਆ। ਇੱਕ ਚੈਨਲ ਇੱਕੋ ਇੱਕ ਸੀਗਾ ਤੇ ਕਲੱਬ ਸੁਰਮੇ ਦੇ ਵਿੱਚ ਅਸੀਂ ਜ਼ਰੂਰ ਬੇਨਤੀ ਕਰਾਂਗੇ ਵੀ ਉਹਨੂੰ ਵੀ ਉਹ ਲਫ਼ਜ਼ ਸਾਡੇ ਜ਼ਰੂਰ ਜੀ ਤੁਹਾਡਾ ਹੁਕਮ ਹੈ ਕਵੀ। ਮੈਨੂੰ ਗਲ ਨਾਲ ਲਾ ਕੇ ਡਰ ਜੱਗ ਦਾ ਭੁਲਾ ਕੇ ਮੈਨੂੰ ਰੋਂਦੇ ਨੂੰ ਵਰਾ ਕੇ ਅੱਖਾਂ ਪੂੰਝ ਕੇ ਰੁਮਾਲ ਨਾਲ ਮੇਰੀਆਂ ਦਲਾਸਾ ਦੇ ਕੇ ਰੋਣ ਲੱਗ ਪਈ। 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 ਤੇ ਜਦੋਂ ਮੈਂ ਉਦੋਂ ਅਜੀਤ ਭਾਜੀ ਉਹਨਾਂ ਦੇ ਸਮਾਗਮ ਤੋਂ ਭੋਗ ਤੇ ਫਾਦਰ ਸਾਹਿਬ ਦੇ ਸ਼ਮਸ਼ੇਰ ਸੰਧੂ ਜੀ ਉਹਨਾਂ ਦੇ ਨਾਲ ਮੈਂ ਬਾਬੂ ਸਿੰਘ ਮਾਨ ਉਹਨਾਂ ਦੇ ਗੋਡਿਆਂ ਨੂੰ ਹੱਥ ਲਾਇਆ ਤੇ ਮਿਲਿਆ ਉਹਨਾਂ ਨੂੰ ਜੀ। ਤੇ ਉਹਨਾਂ ਨੇ ਕਿਹਾ ਵੀ ਮੈਨੂੰ ਆਪਣੀ ਕਲਮ ਤੇ ਫਖਰ ਹੈ ਕਿ ਮੈਂ ਇਸ ਕਲਮ ਨਾਲ ਇੱਕ ਕਲਾਕਾਰ ਪੈਦਾ ਕਰਤਾ ਸੀ। ਤੇ ਕਹਿੰਦੇ ਜੇ ਕਿਤੇ ਸਟੈਬਲਿਸ਼ ਗਾਇਆ ਹੁੰਦਾ ਤਾਂ ਫਿਰ ਸ਼ਾਇਦ ਮੈਂ ਉੱਥੇ ਕੇਸ ਕਰ ਵੀ ਸਕਦਾ। ਪਰ ਨਵਾਂ ਸੀ ਨਹੀਂ ਮੇਰੇ ਗੀਤ ਨੇ ਹਿੱਟ ਹੋਇਆ ਨਾਮ ਵੀ ਦਿੱਤਾ ਉਹਨੇ। ਉਸ ਤੋਂ 96 ਦੇ ਵਿੱਚ ਉਹ ਸੇਮ ਗੀਤ ਸੁਖਵਿੰਦਰ ਭਾਈ ਨੇ ਗਾਇਆ ਔਰ ਮੇਰੇ ਤੋਂ ਪਹਿਲਾਂ ਵੀ ਗੀਤ ਰਿਕਾਰਡ ਹੋਇਆ ਸੀਗਾ ਸ਼ਿੰਗਾਰਾ ਸਿੰਘ ਚਹਿਲ ਸਾਹਿਬ ਨੇ ਰਿਕਾਰਡ ਕਰਾਇਆ ਸੀ। ਪਰ ਬਾਈ ਚਾਂਸ ਮੇਰੀ ਕਿਸਮਤ ਲਿਖਣ ਵਾਸਤੇ ਪਹਿਲੀ ਲਾਈਨ ਜਿਹੜੀ ABC ਦੀ ਪਹਿਲੀ ਲਿਖੀ ਆ ਇਸ ਗੀਤ ਨੇ ਲਿਖੀ ਆ। ਕਿਆ ਬਾਤ। ਬੜੇ ਤੁਸੀਂ ਖੁਸ਼ਕਿਸਮਤ ਹੋ ਵੀ ਬਾਬੂ ਸਿੰਘ ਮਾਨ ਦੀ ਬਦੌਲਤ ਇੰਨੀ ਵੱਡੀ ਕਲਮ ਦਾ ਜਦੋਂ ਉਸ ਟੇਪ ਦੇ ਵਿੱਚ ਹੋਰ ਕਿਹਨਾਂ ਦੇ ਗੀਤ ਸੀਗੇ? ਉਹ 'ਚ ਰਾਣਾ ਭੋਗਪੁਰੀਆ ਦੇ ਗੀਤ ਸੀਗੇ ਜਿਹੜਾ ਟਾਈਟਲ ਗੀਤ ਸੀਗਾ ਜਿਹੜਾ ਤੇਰਾ ਕਿੰਨਾ ਵਸਦਾ ਹੈ ਮੇਰਾ ਤਾਂ ਇੰਡੀਆ ਉਜੜ ਗਿਆ ਤੇਰਾ ਕਿੰਨਾ ਵਸਦਾ ਹੈ।
ਤੇ ਸੁਰਜੀਤ ਝਾਂਸਾ ਵਾਲੇ ਉਹਨਾਂ ਦੇ 4 ਗੀਤ ਸੀ। ਮਤਲਬ ਕਿਤੇ ਨਾ ਕਿਤੇ ਅਸੀਂ ਕਹਿ ਸਕਦੇ ਹਾਂ ਵੀ ਸੁਰਿੰਦਰ ਲਾਡੀ ਪਹਿਲੀ ਹੀ ਟੇਪ ਦੇ ਤੋਂ ਮਤਲਬ ਬਿਲਕੁਲ ਮੈਨੂੰ ਪਹਿਲੀ ਲੋਕੀ ਜਾਣਨ ਲੱਗੇ ਸੀ। ਬਿਲਕੁਲ ਪਹਿਲੇ ਮੈਨੂੰ ਪਹਿਲੀ ਕਤਾਰ ਨੇ, ਮੈਂ ਦੂਜੀ ਕਤਾਰ 'ਚ ਖੜ ਗਿਆ ਸੀਗਾ। ਪਹਿਲੀ ਦੂਜੀ ਦਾ ਦਿਸਦਾ ਪਤਾ ਸੀਗਾ ਆਹ ਹੈਗਾ ਜੀ, ਤੇ ਮੈਂ ਦਿਸਣ ਲੱਗ ਗਿਆ ਵੀ ਕੋਈ ਗਾਉਂਦਾ ਹੈਗਾ ਭੋਗਪੁਰ ਦਾ ਮੁੰਡਾ ਸੁਰਿੰਦਰ ਲਾਡੀ। ਇੱਕ ਕੁਦਰਤੀ ਕਿ ਮੈਨੂੰ ਬਹੁਤ ਸਟਰਗਲ ਨਹੀਂ ਕਰਨੀ। ਜੀ ਜੀ। ਇੱਕ ਮੇਰਾ ਜਿਹੜਾ ਸਰਕਲ ਜਿਹੜਾ ਸੀਗਾ ਸਾਰੇ ਭੰਗੜੇ ਵਾਲਾ ਸਰਕਲ ਸੀਗਾ, ਭੰਗੜੇ ਵਾਲੇ ਦੋਸਤ ਮਿੱਤਰ ਸੀ, ਉਦੋਂ ਸਾਰੇ ਵਿਆਹੁਣ ਵਾਲੇ ਸੀ। ਮਾਰਕੀਟ ਦੇ ਵਿੱਚ ਉਦੋਂ ਤੋਂ ਲੈ ਕੇ ਹੁਣ ਤੱਕ ਕਿੰਨੀਆਂ ਟੇਪਾਂ ਕਰ ਚੁੱਕੇ ਆਪਾਂ, ਜੇ ਆਪਾਂ ਕੈਸਟਾਂ ਦੀ ਗੱਲ ਕਰਦੇ ਹਾਂ? ਕੈਸਟਾਂ 'ਚ 8-8 ਗੀਤਾਂ ਸਾਹਿਬ ਰਹੇ, ਫਿਰ 40 ਦਾ ਸੋਚ ਵੀ ਹੋਈ ਜਾਣੀ ਹੈ। 40 ਕੈਸਟਾਂ 40 ਜੇ 8-8 ਗੀਤਾਂ ਦਾ ਬਣਾਈਏ ਬੜਾ ਕਿਉਂਕਿ ਹੁਣ ਤਾਂ ਵੱਡਾ ਪੜਾ ਚੱਕੇ ਕਰਦੇ ਸੀ। ਉਹਦੇ ਵਿੱਚ ਜਿਹੜੀਆਂ ਧਾਰਮਿਕ ਕੈਸਟਾਂ ਵੀ ਹੈਗੀਆਂ 5-6 ਸਿੱਖ ਕਿਸਮ ਤੇ, ਭੇਟਾਂ ਦੀਆਂ 5-6 ਹੈਗੀਆਂ ਜੀ। ਜੇ ਆਪਾਂ ਵੈਸੇ ਪੋਟਿਆਂ ਦੀ ਗੱਲ ਕਰੀਏ ਗਿਣਨ ਦੀ, ਕਿਹੜੀ ਕੈਸਟਾਂ ਦਾ ਆਪਾਂ ਜ਼ਿਕਰ ਕਰਾਂਗੇ? ਮੈਂ ਸਟਾਰਟ ਕਰਦਾ ਤੇਰਾ ਕਿਹੜਾ ਵਸਦਾ ਹੈ, ਉਸ ਤੋਂ ਬਾਅਦ ਵਿੱਚ ਪ੍ਰਦੇਸ਼ਾਂ ਦੇ, ਉਸ ਤੋਂ ਬਾਅਦ ਭਾਈ ਟੋਨੇ ਕੱਢੀਆਂ 2 ਟੱਪਾਂ ਮੇਰੀਆਂ ਜੀ, ਪੁੱਤਾ ਜੁਗ ਜੁਗੀ ਜੀ ਔਰ ਨੱਚਦੇ ਅੰਬਰ ਦੇ ਤਾਰੇ, ਬਸ ਟਿਪਸ 2 ਕੱਢੀਆਂ, ਵੱਡਿਆਂ ਇੱਤੀ ਔਰ ਦਿਲ ਮੈਨ ਚੁਰਾਇਆ, ਉਸ ਤੋਂ ਬਾਅਦ ਅਖਾੜਾ ਦੂਰਾ ਸ਼ਬਦਾ ਜੀ ਉਹ KMC ਨੇ ਕੱਢਿਆ ਸੀਗਾ। ਤੋ ਉਸ ਤੋਂ ਬਾਅਦ ਫਿਰ ਇੱਕ ਕੰਪਨੀ ਦਿੱਲੀ ਦੀ ਕੰਪਨੀ ਇਸ ਵਿੱਚ ਮੇਰੀ ਆਈ ਸੀ ਕੈਸਟ ਤੇਰੇ ਪਿੱਛੇ ਤੇਰੇ ਪਿੱਛੇ ਤੇਰੇ ਪਿੱਛੇ ਜੀ। ਉਸ ਤੋਂ ਬਾਅਦ ਇਸ਼ਕ ਮਾਰੀ ਆਈ, ਉਸ ਤੋਂ ਬਾਅਦ ਤੇਰਾ ਹਾਸਾ ਮੇਰਾ ਪਤਾਸਾ, ਉਸ ਤੋਂ ਬਾਅਦ ਦੁਗਾਣੇ ਦੀ ਟੇਪ ਆਈ ਸੁਦੇਸ਼ ਕੁਮਾਰ ਜੀ ਨਾਲ ਲੁਕਣ ਮਚਾਈਆਂ। ਉਸ ਤੋਂ ਬਾਅਦ ਸਾਡੀ 3-4 ਕੋਲੈਬੋਰੇਸ਼ਨ ਸੀ, ਇੱਕ ਦਾ ਟਰਮੀਨੇਟਰ ਉਹ 'ਚ ਲੈਂਬਰੋ ਸੈਨਪੁਰੀ ਔਰ ਕਪਤਾਨ ਲਾਡੀ, ਸੁਖਿੰਦਰ ਸੁਖੀ ਔਰ ਮੈਂ ਵਿੱਚ ਟਰਮੀਨੇਟਰ ਕੈਸੇ ਸਾਰੇ ਇਕੱਠੇ ਸੀਗੇ ਜੀ। ਤਾਂ ਬਿੰਦਰ ਖੇਰ ਮੈਂ ਨਾਂ ਲਿਆ ਕਿਉਂਕਿ ਉਹਨਾਂ ਨਾਲ ਵੀ ਬਹੁਤ ਯਾਦਾਂ ਜੁੜੀਆਂ ਹੋਈਆਂ ਮੇਰੀਆਂ, ਔਰ ਸ਼ਮਸ਼ੇਰ ਸੰਧੂ ਦੀਆਂ 7-8 ਟੇਪਾਂ ਸਾਨੂੰ ਇਕੱਠਿਆਂ ਕਰਨ ਦਾ ਮੌਕਾ ਮਿਲਿਆ, ਅਸੀਂ ਕਾਫੀ ਇਕੱਠੇ ਰਹੇ ਸੀ। ਕਾਫੀ ਕੈਸਟਾਂ ਉਹਨਾਂ ਦੀ ਜੀ ਰਹਿਨੁਮਾਈ ਦੀ ਹੇਠ ਤੁਹਾਡੀਆਂ ਆਈਆਂ ਜੀ। ਬਹੁਤ ਭਾਜੀ ਕਿਤੇ ਨਾ ਕਿਤੇ ਅਸੀਂ ਦੇਖਦੇ ਹਾਂ, ਸੁਣਦੇ ਹਾਂ, ਹੁਣ ਤੱਕ ਤੁਹਾਨੂੰ ਬਚਪਨ ਤੋਂ ਦੇਖਦੇ ਆ ਰਹੇ ਹਾਂ, ਤੁਹਾਡੀਆਂ ਕੈਸਟਾਂ ਸੁਣੀਆਂ, ਮਤਲਬ ਪ੍ਰਦੇਸਾਂ ਵਾਲੇ ਗੀਤ ਤੁਹਾਡੇ ਬਹੁਤ ਜ਼ਿਆਦਾ ਹਿੱਟ ਰਹੇ ਹੈਗੇ ਜੀ। ਕੋਈ ਖਾਸ ਕਾਰਨ? ਬਾਈ ਚਾਂਸ ਕਿਉਂਕਿ ਜਿਹੜੇ ਸਾਡਾ ਦੁਆਬਾ ਸਭ ਤੋਂ ਪਹਿਲਾਂ ਇਹ NRI ਇੱਥੋਂ ਜ਼ਿਆਦਾ ਪਹਿਲਾਂ ਇਹ ਇਲਾਕਾ ਬਾਹਰ ਉੱਥੇ ਜ਼ਮੀਨਾਂ ਘੱਟ ਸੀਗੀਆਂ ਲੋਕਾਂ ਕੋਲ ਜੀ, ਕਿਸੇ ਕੋਲ 2 ਕਿੱਲੇ ਕਿਸੇ 3 ਕਿੱਲੇ, 2 ਮੁੰਡੇ ਆ ਤਾਂ ਫਿਰ ਉਹਦਾ 1 ਕਿੱਲਾ ਰਹਿ ਜਾਣਾ। ਉਹ ਇਹ ਸੋਚਿਆ ਉਹਨਾਂ ਨੇ ਸਾਡੇ ਦੁਆਬੇ ਦੇ ਲੋਕਾਂ ਨੇ ਵੀ ਚਲੋ ਇੱਕ ਬੱਚਾ ਬਾਹਰ ਭੇਜ ਦਿਓ ਜੀ। ਉਹ ਜਿਹੜਾ ਕਿਉਂਕਿ ਉਸ ਜਦੋਂ ਮੈਂ ਗਾਉਣਾ ਸ਼ੁਰੂ ਕੀਤਾ ਉਹਦੇ 2 ਭਰਾ ਤੇ 1 ਬਾਹਰ ਆ, 3 ਭਰਾ ਤੇ 1 ਬਾਹਰ ਆ, ਉਹ ਇੱਕ ਜਿਹੜਾ ਉਹਨਾਂ ਪਰਿਵਾਰਾਂ 'ਚ ਵਿਚਰ ਕੇ ਮੈਂ ਇੱਕ ਦਰਦ ਦੇਖਿਆ ਸੀ। ਉਹ ਦਰਦ ਜਿਹੜਾ ਕਿਤੇ ਨਾ ਕਿਤੇ ਜਿਹੜਾ ਪਰਿਵਾਰ ਦਰਦ ਦੇਖਿਆ ਸੀਗਾ, ਉਹ ਜਿੱਦਾਂ ਸੁਖਜੀਤ ਝਾਂਸਾ ਜਿਨ੍ਹਾਂ ਨੇ ਕਿ ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਉਹ ਕਲਮ ਐਸੀ, ਉਹਨੇ ਐਸਾ ਗੀਤ ਉਪਜਿਆ ਉਸ ਕਲਮ ਤੋਂ, ਤੇ ਉਹਨੇ ਇੱਕ ਬਹੁਤ ਵੱਡਾ ਇੱਕ ਕਲਾਕਾਰ ਪੈਦਾ ਕੀਤਾ ਜੀ ਦੁਆਬੇ ਦੇ ਅੰਦਰ। ਤਾਂ ਉਹ ਫਿਰ ਉਸੇ ਦਰਦ ਨੂੰ ਲੈ ਕੇ ਇੱਕ ਗੀਤ ਲਿਖਿਆ ਗਿਆ ਸੁਖਜੀਤ ਝਾਂਸਾ ਵਾਲੇ ਵੱਲੋਂ, ਔਰ ਇਹਦਾ ਵੀ ਇੱਕ ਬੜੀ ਵਧੀਆ ਕਹਾਣੀ ਹੈ। ਜਦੋਂ ਇਹ ਗੀਤ ਆਇਆ ਮਾਰਕੀਟ 'ਚ, ਅਸਲ ਪਹਿਲਾਂ 2 ਲਫ਼ਜ਼ ਸਾਂਝੇ ਕਰ ਦਿਓ। ਜ਼ਰੂਰ ਉਸ ਗੀਤ ਦਾ ਮੈਂ 2 ਲਫ਼ਜ਼ ਗਾ ਕੇ ਤੁਹਾਨੂੰ ਦੱਸ ਸੁਣਾਉਣਾ। ਤੇਰੀ ਯਾਦ ਅੰਮੀਏ ਨੀ ਬੜੀ ਆਵੇ ਹਾਏ ਨੀ ਵਿੱਚ ਪਰਦੇਸਾਂ ਦੇ, ਕਿਹੜਾ ਤੇਰੇ ਬਾਝੋਂ ਲਾਡ ਲਡਾਵੇ ਹਾਏ ਨੀ ਵਿੱਚ ਪਰਦੇਸਾਂ ਦੇ, ਨੀ ਵਿੱਚ ਪਰਦੇਸਾਂ ਦੇ, ਮਾਂ ਵਿੱਚ ਪਰਦੇਸਾਂ ਦੇ। ਮੇਰੇ ਖਿਆਲ ਇਹ ਗੀਤ ਜਦੋਂ ਵੀ ਕੋਈ ਸੁਣਦਾ ਹੈ, ਕੋਈ ਭੈਣ ਭਰਾ ਬਾਹਰਲੇ ਮੁਲਕ ਬੈਠਾ ਸੁਣਦਾ, ਮੈਨੂੰ ਨਹੀਂ ਲੱਗਦਾ ਕਿਸੇ ਦੇ ਅੱਖਾਂ ਦੇ ਹੰਝੂ ਨਾ ਆਏ ਹੋਣ। ਬਿਲਕੁਲ ਜੀ, ਮੈਂ ਹਮੇਸ਼ਾ ਜਦੋਂ ਮੈਂ ਕਿਤੇ ਵੀ ਗੀਤ ਗਾਇਆ ਹੈ ਤੇ ਮੈਂ 1-2 ਜੀ ਮੁਰੇ 1-2 ਲੋਕ ਕੁੜੀਆਂ ਜਾਂ ਮੁੰਡੇ ਰੋਂਦੇ ਦੇਖੇ, ਕਿਉਂਕਿ ਜਦੋਂ ਬਾਹਰ ਵੀ ਮੈਂ ਕਈ ਵਾਰ ਜਦੋਂ ਪਹਿਲੀ ਵਾਰੀ ਬਾਹਰ ਮੈਂ 95 'ਚ ਜਾਂਦਾ, 94 'ਚ ਗੀਤ ਆਉਂਦਾ, 95 'ਚ ਮੈਂ ਪਹਿਲਾ ਟੂਰ ਅਮਰੀਕਾ ਦਾ ਲੱਗਦਾ ਮੇਰਾ ਜੀ। ਤੇ ਉੱਥੇ ਕਈ ਦੋਸਤ ਮਿੱਤਰ ਮਿਲੇ ਤੇ ਉਹਨਾਂ ਨੇ ਗੀਤ ਸੁਣ ਕੇ ਤੇ ਭਾਵੁਕ ਹੋ ਗਏ, ਕਹਿੰਦੇ ਗੀਤ ਇੰਡੀਆ 'ਚ ਬਹੁਤ ਵਾਰ ਸੁਣਿਆ ਸੀਗਾ, ਪਰ ਇੱਥੇ ਵਾਲੇ ਗੀਤ ਦਾ ਲੱਗਾ ਪਤਾ ਕੀ ਬੋਲਿਆ ਸੀ ਕੀ ਬੋਲਿਆ ਦਾ ਕੀ ਤੁਸੀਂ ਕਿਹਾ ਗੀਤ ਵਿੱਚ। ਤੇ ਉਹ ਉਦੋਂ ਜਦੋਂ ਇਹਦਾ ਟਾਈਟਲ ਦੀ ਬੜੀ ਰੌਚਕ ਕਹਾਣੀ ਹੈ। ਸਾਡੇ ਬਨੀ ਸ਼ਰਮਾ ਜੀ ਜਿਹੜੇ ਕਿ ਮੇਰੇ ਪ੍ਰੈਜ਼ੈਂਟਰ ਸੀਗੇ ਸਟਾਰਟਿੰਗ ਵਿੱਚ 2 ਕੈਸਟਾਂ 3 ਕੈਸਟਾਂ ਉਹਨਾਂ ਨੇ ਪ੍ਰੈਜ਼ੈਂਟ ਕੀਤੀਆਂ ਮੇਰੀਆਂ ਜੀ। ਤਾਂ ਉਹਨਾਂ ਨੂੰ ਜਦੋਂ ਪਹਿਲਾਂ ਇੱਕ ਜਿਹੜੀ ਸਾਡੀ ਕੈਸਟ ਸੀ ਆਈ ਸੀ VMB ਕੰਪਨੀ ਜਲੰਧਰ ਦੀ ਸੀ ਜੀ, ਉਹਦੇ ਵਿੱਚ 3-4 ਕੈਸਟਾਂ ਬਹੁਤ ਬਿਗ ਹਿੱਟ ਹੋਈਆਂ ਸੀਗੀਆਂ। ਹੰਸਰਾਜ ਹੰਸਰਾਜ ਦੀ ਕੈਸਟ ਆਈ ਸੀ ਜੀ, ਆਸ਼ਕਾਂ ਦੀ ਕਰਜ਼ ਜੀ, ਉਹ ਸੇਮ ਕੰਪਨੀ ਵਿੱਚ ਕੈਸਟ ਆਈ ਸੀ ਮੇਰੀ ਵਿੱਚ ਪ੍ਰਦੇਸਾਂ ਦੇ, ਔਰ ਤੇਰਾ ਕਿਹੜਾ ਵਸਦਾ ਦੋਨੇ ਟੇਪਾਂ ਮੇਰੀਆਂ ਉਹਦੇ ਵਿੱਚ ਆਈਆਂ ਸੀ ਜੀ। ਬਨੀ ਸ਼ਰਮਾ ਜੀ ਨੂੰ ਐਡ ਦੇਣ ਵਾਸਤੇ ਜਦੋਂ ਅਖਬਾਰ ਵਿੱਚ ਭੇਜਿਆ, ਉਦੋਂ ਸੁਰਿੰਦਰ ਸ਼ਿੰਦਾ ਜੀ ਦੀ ਕੈਸਟ ਆਉਣੀ ਸੀ ਗੱਲਾਂ ਸੋਹਣੇ ਯਾਦ ਦੀਆਂ ਜੀ, ਉਸੇ ਕੰਪਨੀ ਦੇ ਵਿੱਚ। ਤੇ ਉਹ ਕਹਿੰਦੇ ਵੀ ਨੈਕਸਟ ਰਿਲੀਜ਼ ਲਾਡੀ ਦਾ ਵੀ ਲਿਖਿਆ।
ਉਹਨੇ ਜਦੋਂ ਥੱਲੇ ਇੱਕ ਪੱਟੀ ਜਿਹੀ ਲੱਗਦੀ ਸੀ ਅਜੀਤ ਕੁਮਾਰ ਥੱਲੇ ਜੀ ਉਹਦੇ ਵਿੱਚ ਲਿਖਿਆ ਵੀ ਗੱਲਾਂ ਸੁਣੀ ਜਾਂਦੀਆਂ ਸੁਰਿੰਦਰ ਸਿੰਘ ਦਾ, ਨੈਕਸਟ ਲਈ ਸੁਰਿੰਦਰ ਲਾਡੀ ਵਿੱਚ ਪ੍ਰਦੇਸਾਂ ਵਿੱਚ ਪ੍ਰਦੇਸ਼। ਜਦ ਕਿ ਟਾਈਟਲ ਦੱਸਿਆ ਗਿਆ ਸੀ ਉਹਨੂੰ ਕਿ ਇਸ਼ਕ ਏ ਦਿਮਾਗ ਟਾਈਟਲ ਰੱਖਣਾ। ਅੱਛਾ, ਉਹਨਾਂ ਨੇ ਆਪਣੇ ਤੌਰ ਤੇ ਆਪਣੇ ਤੌਰ ਉਹਨਾਂ ਵੀ ਚੰਗਾ ਲੱਗਾ, ਚੰਗਾ ਨੇ ਆਪਣੇ ਤੌਰ ਤੇ ਲਿਖਿਆ ਉਹ। ਅੱਛਾ ਜੀ। ਤੇ ਜਦੋਂ ਦੂਜੇ ਦਿਨ ਅਖਬਾਰ ਜੋ ਦੇਖੀ ਸਾਰੇ ਦੇ ਸਾਰੇ ਉਹਨਾਂ ਨਾਲ ਬਨੀ ਸ਼ਰਮਾ ਜੀ ਨਾਲ ਗੁੱਸੇ ਹੋਏ, ਗੁੱਸਾ ਕੀ ਕੀਤਾ ਤੂੰ ਤਾਂ ਘਰੇਲੂ ਗਾਇਕ ਬਣਾ ਦੇਣਾ ਪਤਾ ਸਾਡਾ, ਕਿਸੇ ਦਾ ਅਸੀਂ ਤਾਂ ਚੀਜ਼ ਕੋਈ ਹੋਰ ਸੀ ਬਣਾਦੀ ਅਸੀਂ ਤਾਂ ਕਾਲਜਾਂ ਵਾਸਤੇ ਪ੍ਰੈਜ਼ੈਂਟ ਕਰਨਾ ਇਹਨੂੰ, ਕਿਤੇ ਨਾ ਵੀ ਹੁਣ ਤਾਂ ਦੇ ਆਂਦਾ ਮੈਂ ਹੋ ਗਿਆ। ਪਰ ਮੈਂ ਅੱਜ ਸੋਚਦਾ ਉਹ ਕਿ ਜੇ ਉਹ ਬਨੀ ਸ਼ਰਮਾ ਜੀ ਉਹ ਟਾਈਟਲ ਵਿੱਚ ਪ੍ਰੈਜ਼ੈਂਟ ਨਾ ਰੱਖਦੇ ਤਾਂ ਸ਼ਾਇਦ ਮੈਂ ਇਹਨਾਂ ਹਿੱਟ ਨਾ ਹੁੰਦਾ। ਕੀ ਬਾਤ, ਕਿ ਬਹੁਤ ਵੱਡਾ ਯੋਗਦਾਨ ਹੁੰਦਾ ਕਿ ਟਾਈਟਲ ਦੇ ਨਾਲ ਹੀ ਟੇਪ ਨੇ ਹਿੱਟ ਹੋਣਾ। ਜੀ। तो वो बस उन्होंने टाइटल रखा, उस तो बाद मैं 400 पीछे मुड़ के नहीं देखा, उस अगे तो अगे वधिया कंट्रियां टूर लगे सिर्फ उससे गीत बदौलत और सोजी झांसा वाले की कला की बदौलत। ਲਾਡੀ ਭਾਜੀ ਇੱਕ ਚੀਜ਼ ਜਿਹੜੀ ਅਸੀਂ ਦੇਖੀ ਆ, ਮੈਂ ਦੇਖੀ ਆ ਖੁਦ, ਮਤਲਬ ਆਮ ਪੰਜਾਬੀ ਸਿੰਗਰ ਥੋੜਾ ਸਮਾਂ ਕੋਈ 2 ਸਾਲ ਹਿੱਟ ਰਹਿ ਗਿਆ, ਕੋਈ 4 ਸਾਲ ਹਿੱਟ ਰਹਿ ਗਿਆ, ਤੁਸੀਂ ਇੱਕ ਲੰਮਾ ਸਮਾਂ ਇਸ ਇੰਡਸਟਰੀ ਦੇ ਵਿੱਚ ਰਹੇ ਹੋ, ਔਰ ਮੈਨੂੰ ਨਹੀਂ ਲੱਗਦਾ ਵੀ ਕਿ ਤੁਹਾਡਾ ਇਸ ਤਰ੍ਹਾਂ ਦਾ ਗੀਤ ਹੋਏਗਾ ਜਿਹਦੇ ਤੇ ਉਂਗਲ ਉਠਾਈ ਜਾਵੇ। तकरीबन जो मैं कोशिश की है कि जो भी गीत मैं गावां, जे मैं अपने भैनों को, अपनी माँ को, अपने बच्चों को जी गल मैं नहीं कर सकता, तो मैंने कोई हक नहीं दूजिया भैनों को मैं गल भरोसा हो। ये पता नहीं तो मैं चंगे शायरों को बैठे था, तीसरा चंगे बंदियां को, चंगे उस्ताद लोगों को, जिवें कमर इकबाल जी को, अतुल शर्मा जी को, सुरिंदर बचन जी, वीरेंद्र बचन जी और कुलजीत होनी, मैं जिन्ने भी मेरे तकरीबन जोड़े जो म्यूजिक माइंडेड रहे या बड़े वधिया राइटर मेरे नाल रहे, सुखचंद सांवल साहब हो गए, राणा भूपरिया हो गया, विजय धम्मी जी हो गए, संजीव आनंद जी हो गए, दविंद्र खन्ने वाला और चरण सिंह सफरी, बाबूदेव तरीका वाला जी, तो साजिद रायकोटी साहब, मेरा साहित्यक लोगों ने मेरा मिलाप रहा, मेरा ज़्यादा ये तो हट के किसी होर इधर उधर मेरा ध्यान गया ही नहीं जी, क्योंकि मेरा सीगा भी लोग की करते मैंने पता नहीं, मैंने पता सी मैं की करना। ਆਮ ਇੱਕ ਧਾਰਨਾ ਬਣੀ ਹੋਈ ਹੈ ਕਲਾਕਾਰ ਲਾਈਨ ਦੇ ਵਿੱਚ ਜੀ, ਬਹੁਤ ਜ਼ਿਆਦਾ ਸਿੰਗਰ ਇਹ ਕਹਿੰਦੇ ਨੇ ਵੀ ਜਿਸ ਮਤਲਬ ਜੇ ਅਸੀਂ ਇਸ ਤਰ੍ਹਾਂ ਦਾ ਛਟਪਟਾ ਥੋੜਾ ਜਿਹਾ ਨਾ ਦਈਏ ਤਾਂ ਲੋਕ ਸੁਣਦੇ ਨਹੀਂ ਹੈਗੇ। ਇਹ ਗਲਤਫਹਿਮੀ ਹੈ। ਹੁਣ ਆਪਾਂ ਹਰ ਬੰਦਾ ਕਹਿੰਦਾ ਕਿ ਪੰਜਾਬੀ ਜਿਹੜੀ ਗੀਤਕਾਰੀ ਦਾ ਤੇ ਗਾਇਕੀ ਦਾ ਘਾਣ ਹੋ ਗਿਆ ਜੀ, ਚੰਗਾ ਨਹੀਂ ਰਿਹਾ ਜੀ। ਹੁਣ ਇਹਦੀ ਗੱਲ ਆਪਾਂ ਜੇ ਘਾਣ ਹੋ ਗਿਆ, ਸਮਝਦੇ 2004 ਤੱਕ 4 ਤੋਂ ਸ਼ੁਰੂ ਹੁੰਦਾ ਘਾਣ ਹੋਣਾ ਜੀ, ਜੇ ਆਪਾਂ ਸਿੱਧੇ ਲਫ਼ਜ਼ਾਂ 'ਚ ਆਪਾਂ ਕਹੀਏ ਜਦੋਂ ਤੋਂ ਸਿੰਗਲ ਟਰੈਕ ਸ਼ੁਰੂ ਹੋ ਗਏ, ਉਸੇ ਦੌਰਾਨ ਕਿੰਨੇ ਵੱਡੇ ਵੱਡੇ ਗਲੂਰਾਂ ਸਿਸਟਰ ਉਸ ਤੋਂ ਬਾਅਦ ਪੈਦਾ ਹੋਈਆਂ, ਹਿੱਟ ਹੋਈਆਂ ਜੀ। ਤੋ ਆਪਣੇ ਕਮਰ ਗਰੇਵਾਲ ਉਸ ਤੋਂ ਬਾਅਦ ਆਏ ਜੀ, ਤੇ ਸਾਈਂ ਜੀ ਮਤਲਬ ਵਧੀਆ ਚੀਜ਼ ਨੂੰ ਵੀ ਲੋਕੀ ਤਰਜੀਹ ਦਿੰਦੇ ਆ, ਪਸੰਦ ਕਰਦੇ ਆ। ਇਹ ਤੁਹਾਡੇ 'ਚ ਹੋਣਾ ਚਾਹੀਦਾ ਵੀ, ਕਿਉਂਕਿ ਆਡੀਅੰਸ ਹਰ ਤਰ੍ਹਾਂ ਦਾ ਮੈਟਰ ਚਾਹੁੰਦੀ ਹੈ ਜੀ। ਬਾਜ਼ਾਰ ਵਿੱਚ ਹਰ ਤਰ੍ਹਾਂ ਸਬਜ਼ੀਆਂ ਮਿਲਦੀਆਂ, किसी ने गोभी खानी, किसी ने करेले खाने, किसी ने कुछ खाना, बहुत सारे भी कोई चीज़ जी गोभी खाने गोभी बीजों खाने इदा तो कभी होया ना। हर चीज़ की जी है होनी जरूरी है, पर तुसी की चुनना, तुसी की लोगों बारे परोसना, वो तुहाडी सिरदर्दी है, तुहाडी अपने अंदर की गल है। पर मैं भी कही जी असं नहीं जो लोग सुनते सब गल्लां बहुत सारे अपने भैन भरा जिहड़े हैगे इस लाइन दे विच विचरदे आ, उन्हां दा भी ये आखना कि सानू कंपनी वाले नाल समझौता करना पैंदा। कोई एक सब गल्लां ने जी, कोई कंपनी वाली कंपनी कोई भी कंपनी किसी कलाकार ते कोई गल थोपदी नहीं जी, मेरे ते थोपे जाए किसी ठीक है जी कि तू आ गुणा उन्हें मैटर सैलेक्ट करो, उस सैलेक्ट उन्होंने करना था भावें जी, फाइल टैक्स कंपनी के नाम जिन्हें पैसे खर्चने फाइल टैक्स बेशक वो दे, वो अलग चीज़ है। पर जो मैटर मैं जो मैंने चंगा लगता मैं 20 की चुन के जाना, 8 चुनता उन्होंने भी चुन लेना जी, जेकर नहीं जी मैं तो मेरे कंपनी कुछ नहीं कहते, ये सिर्फ आप बचने वास्ते की गया। यही चीज़ फिल्मांकन के उपर आ जाती है, बिल्कुल फिल्मांकन के उपर असीं अक्सर देखते हैं चुनी की गल हो रही है, वो जी मॉडल वो चुनी ली भी नहीं होती बिल्कुल, जब बुद्ध की गल करते जी बिल्कुल सही गल है। क्योंकि एक जो टाइम सीगा ਜਦੋਂ ਲਚਰਤਾ ਹਮੇਸ਼ਾ ਰਹੀ ਹੈ, ਹਰ ਯੁੱਗ ਦੇ ਵਿੱਚ ਰਹੀ ਹੈ, ਹਰ ਯੁੱਗ ਵਿੱਚ ਤਰੀਕੇ ਲਫ਼ਜ਼ਾਂ ਦਾ ਹੇਰ ਫੇਰ ਹੁੰਦਾ ਸੀ। ਤਾਂ ਉਦੋਂ ਪਹਿਲਾਂ ਸੀਗਾ ਵੀ ਸਾਨੂੰ ਕੋਲ ਆਪਸ਼ਨ ਹੁੰਦੀ ਸੀ ਕਿ ਰੇਡੀਓ ਤੇ ਰੇਡੀਓ ਬੰਦ ਕਰ ਦਿੰਦੇ ਸੀ ਜੀ, ਜਾਂ ਕਿਤੇ ਤਵਾ ਲੱਗਾ ਤਾਂ ਤਵਾ ਬੰਦ ਕਰ ਦਿੰਦੇ ਜੀ। ਹੁਣ ਟੀਵੀ ਤੇ ਆ ਰਿਹਾ, ਹਰ ਅਲੱਗ-ਅਲੱਗ ਟੀਵੀ ਲੱਗਾ, ਹਰ ਕਮਰੇ 'ਚ ਟੀਵੀ ਲੱਗਾ, ਉਹ ਆਪਣੇ ਕੋਲ ਨਹੀਂ ਤਾਂ ਸੋਸ਼ਲ ਮੀਡੀਆ ਦੇਖ ਲਊਗਾ ਜੀ, YouTube ਤੇ ਦੇਖ ਲਊਗਾ, मैं कला देख लूँ, मेरा बेटा वखरा देख लूँगा, बेटी वखरी देख लूँगी, ये चली जाना सब कुछ।
ਜਾਂ ਆਪਾਂ ਐਵੇਂ ਕਹਿ ਦਈਏ ਕਿ ਕਿਸੇ ਨੇ ਥੋਪਣਾ ਜਿਹਦੇ ਤੇ ਕੁਝ ਆਪਾਂ ਕੁਝ ਕਰਦੇ ਤੇ ਹਾਂ ਸ਼ਾਇਦ ਮੈਂ ਕੀਤਾ ਕਰ ਠੀਕ ਹੈ ਮਤਲਬ ਉਸ ਚੀਜ਼ ਨੂੰ ਸਵੀਕਾਰ ਕਰ ਲੈਣਾ ਚਾਹੀਦਾ ਵੀ ਹੁਣ ਗਲਤੀ ਹੋਈ ਹੈ ਤੇ ਮੇਰੇ ਤੋਂ ਹੀ ਹੋਈ ਹੈ। ਮੈਂ ਹੁਣ ਗੱਲ ਕਰਦਾ ਜਦੋਂ ਸਿੱਧੂ ਮੂਸੇਵਾਲਾ ਜੀ ਇੱਕ ਠੋਕ ਕਹਿੰਦਾ ਮੈਂ ਕਰਦਾ ਚਲੋ ਤੇ ਤੁਹਾਡੇ ਕਹਿਣ ਦੀ ਜ਼ਰੂਰਤ ਵੀ ਹੋਣੀ ਚਾਹੀਦੀ ਹੈ। ਠੀਕ ਹੈ ਇੱਦਾਂ ਦੇ ਹੁਣ ਜਿਹੜੇ ਨਵੇਂ ਕਲਾਕਾਰ ਜਿੰਨੇ ਗਏ ਬਹੁਤ ਵੱਡੇ ਵੱਡੇ ਨਾਂ ਆਪਾਂ ਨੂੰ ਇਹਨਾਂ ਇਸੇ ਜਿਹੜਾ ਯੁੱਗ 'ਚੋਂ ਵੱਡੇ ਵੱਡੇ ਕਲਾਕਾਰ ਮਿਲ ਗਏ ਕਰਨ ਔਜਲਾ ਹੋ ਗਿਆ ਜੀ ਕਿਉਂਕਿ ਇਹ ਭਾਵੇਂ ਆਪਸ ਵਿੱਚ ਜੋ ਮਰਜ਼ੀ ਕਰਨ ਪਰ ਇੱਕ ਲੋਕਾਂ ਨੂੰ ਐਂਟਰਟੇਨ ਤਾਂ ਕਰਦੇ ਆ ਨਾ ਜੀ ਬਾਕੀ ਉਹ ਨਹੀਂ ਕਹਿੰਦੇ ਬੰਦੂਕਾਂ ਦਿਖਾਲੀ ਜਾਣ ਮੈਂ ਤਾਂ ਬੰਦੂਕ ਚੁੱਕੀ ਕਿਸੇ ਕਹਿਣ ਤੇ ਸੁੱਚਾ ਸੁੱਚਾ ਸਾਡੇ ਤੋਂ ਪਹਿਲਾਂ ਵੀ ਆਇਆ ਸੀ ਉਹਨਾਂ ਨੇ ਬੰਦੂਕਾਂ ਨਾਲ ਬੰਦੇ ਮਾਰੇ ਸੀ। ਮੈਂ ਤੁਹਾਡੇ ਵਾਲੀ ਗੱਲ ਤੋਂ ਹੀ ਗੱਲ ਕਰ ਰਿਹਾ ਵੀ ਇਹ ਜਿਹੜਾ ਇਹ ਨਵਾਂ ਦੌਰ ਚੱਲਿਆ ਇੱਕ ਦੂਸਰੇ ਦੀ ਦੂਸ਼ਣਬਾਜ਼ੀ ਦਾ ਇਹਦੇ ਬਾਰੇ ਤੁਹਾਡੇ ਕੀ ਵਿਚਾਰ? ਲੋਕੀ ਅਟੈਂਡ ਕਰਦੇ ਆ ਸਰ ਸਿਸਟਮ ਹੈਗਾ ਹਿੱਟ ਹੋਣ ਦਾ ਜੀ ਆਪਸੇ ਕੋਈ ਲੱਗਦੀ ਹੁੰਦੀ ਉਹਨਾਂ ਦੇ ਜੀ ਜਦੋਂ ਇਕੱਠੇ ਮਿਲ ਕੇ ਫਿਆਮਾ ਮਿਲਦੇ ਸਾਰੇ ਕਿਉਂਕਿ ਆਮ ਜਨਤਾ ਨੂੰ ਇਹ ਚੀਜ਼ ਜ਼ਰੂਰ ਜਾਣ ਲੈਣੀ ਚਾਹੀਦੀ ਹੈ ਵੀ ਇਹ ਲੋਕੀ ਇੱਕ ਸਿਰਫ ਜਿਸ ਤਰ੍ਹਾਂ ਰਾਜਨੀਤਿਕ ਲੋਕ ਨੇ ਬਿਲਕੁਲ ਚੀਜ਼ ਵੇਚਣੀ ਹੈ ਜੀ ਦੂਜੇ ਨੂੰ ਮਾੜਾ ਕਰਕੇ ਚੀਜ਼ ਵੇਚ ਜਾਣੀ ਹੈ ਪਰ ਮਤਲਬ ਸਾਡੇ ਜਿਹੜੇ ਨਵੀਂ ਜਨਰੇਸ਼ਨ ਹੈ ਨਵਾਂ ਯੰਗ ਖੂਨ ਹੈ ਜਿਹੜਾ ਬਲੱਡ ਹੈਗਾ ਉਹ ਕਿਤੇ ਨਾ ਕਿਤੇ ਆਪਸ ਵਿੱਚ ਕਮੈਂਟਾਂ ਦੇ ਵਿੱਚ ਵੀ ਲੜ ਪੈਂਦੇ ਮੈਂ ਤਾਂ ਇਹ ਮੇਰਾ ਉਸਤਾਦ ਹੈ ਉਹ ਮੇਰਾ ਉਸਤਾਦ ਹੈ ਨਹੀਂ ਕਦੇ ਨਹੀਂ ਕਰਨਾ ਚਾਹੀਦਾ। ਇੱਕ ਸਾਡੇ ਇੱਕ ਦੋਸਤ ਨੇ ਗੀਤ ਲਿਖਿਆ ਸੀ ਗਾਉਣ ਵਾਲੇ ਉਸਤਾਦ ਕਰ ਲਏ ਤੁਸੀਂ ਇਹ ਕੀ ਮਜ਼ਾਕ ਫੜਿਆ ਉਹ ਕਹਿੰਦਾ ਵੀ ਗਾਉਣ ਵਾਲੇ ਤੁਸੀਂ ਉਸਤਾਦ ਕਰੀ ਬੈਠੋ ਯਾਰ ਤੁਸੀਂ ਕੀ ਮਜ਼ਾਕ ਫੜਿਆ ਉਦੋਂ ਕੀ ਸਿੱਖਿਆ ਤੁਸੀਂ ਉਦੋਂ ਅੱਜ ਦੀ ਜਿਹੜੀ ਹੁਣ ਮਤਲਬ ਮੈਂ ਕਹਿ ਸਕਦਾ ਮੈਂ ਉਸਤਾਦ ਮਸਤੀ ਜੀ ਕਹਿ ਸਕਦਾ ਜੀ। ਮਾਨਕ ਸਾਹਿਬ ਨੂੰ ਉਸਤਾਦ ਕਹਿ ਸਕਦਾ ਆਮ ਪਬਲਿਕ ਦਾ ਕਾਲਜ ਪੜ੍ਹਨ ਵਾਲੇ ਬੱਚੇ ਉਹਨਾਂ ਨੇ ਕੀ ਸਿੱਖਿਆ ਜਿਹਨਾਂ ਦਾ ਗਾਇਕੀ ਨਾਲ ਕੋਈ ਸੰਬੰਧ ਹੀ ਜਾਏਗਾ ਚਲੋ ਉਹਨਾਂ ਦਾ ਹੁਣ ਆਪਾਂ ਉਹਨਾਂ ਨੂੰ ਕਹਿ ਨਹੀਂ ਸਕਦੇ ਜੋ ਕਿਸੇ ਦਿਲ ਕਰਦਾ ਜੀ। ਕਿ ਮੈਂ ਬੱਬੂ ਮਾਨ ਭਾਜੀ ਨੂੰ ਉਸਤਾਦ ਜੀ ਕਰਦੇ ਕਹੇ ਕੋਈ ਗੱਲ ਨਹੀਂ ਕਿਸੇ ਨੂੰ ਦੂਸਰੇ ਨੂੰ ਸਾਲੇ ਨਾਲ ਕਹੇ ਤਾਂ ਤੁਸੀਂ ਮਤਲਬ ਬੱਬੂ ਮਾਨ ਦਾ ਇਨਾਮ ਮਿਲਿਆ ਤੁਸੀਂ ਹਾਂਜੀ ਬੱਬੂ ਮਾਨ ਦਾ ਇਨਾਮ ਮਿਲਿਆ ਬੱਬੂ ਮਾਨ ਭਾਜੀ ਨੂੰ ਬਹੁਤ ਸਾਰੇ ਲੋਕ ਉਸਤਾਦ ਕਹਿੰਦੇ ਆ ਅੱਛਾ ਇਹ ਨਵਾਂ ਮਤਲਬ ਮੈਨੂੰ ਅੱਜ ਹੀ ਪਤਾ ਲੱਗਿਆ ਵੈਸੇ ਹਾਂਜੀ ਬੱਬੂ ਭਾਜੀ ਗ੍ਰੇਟ ਬੰਦਾ ਜੀ ਇਜ਼ ਗ੍ਰੇਟ ਫਿਲਾਸਫਰ ਆਲ ਆਫ ਯੂ ਓਕੇ ਬਹੁਤ ਸਤਿਕਾਰ ਤੇ ਸਾਡੀ ਪਰਸਨੈਲਿਟੀ ਹੈ ਬਹੁਤ ਵਧੀਆ ਸਾਡੇ ਵੀਰ ਨੇ ਕਿਉਂਕਿ ਮੈਂ ਤਕਰੀਬਨ ਉਹਨਾਂ ਨੂੰ 20 ਸਾਲ ਤੋਂ ਜਾਣਦੇ ਨੇ ਜੀ ਤੇ ਬਹੁਤ ਵਧੀਆ ਔਰ ਬਹੁਤ ਘੈਂਟ ਬੰਦਾ 99 ਦੇ ਵਿੱਚ ਉਹਦੀ ਐਂਟਰੀ ਹੋਈ ਬਿਲਕੁਲ ਉਸ ਤੋਂ ਪਿੱਛੋਂ ਮੁੜ ਕੇ ਥੋੜਾ ਵੇਖਿਆ ਉਹਨਾਂ ਨੇ ਇੱਕ ਤੋਂ ਉਹ ਮਤਲਬ ਕਦਮ ਦਰ ਕਦਮ ਉਸ ਦੇਖੋ ਕੈਸੀ ਗੱਲ ਨਹੀਂ ਕਰੇਗੀ ਜੋ ਗੱਲਾਂ ਉਹ 20 ਚ ਹੋਈਆਂ ਜੀ ਉਹ ਗੱਲਾਂ 12 ਸਾਲ ਪਹਿਲਾਂ ਕਹਿੰਦੇ ਸਨ ਬਿਲਕੁਲ ਜੇ ਆਪਾਂ ਆਪਾਂ ਸਰਦਾਰਾਂ ਦੇ ਵਿੱਚ ਪਹਿਲਾਂ ਹੀ ਕਹਿੰਦੇ ਸੀਗੇ ਜੀ ਇਹ ਜਿਹੜੀਆਂ ਵੱਡੀਆਂ ਕੰਪਨੀਆਂ ਦੇ ਹੜਪਣ ਦੀ ਤਿਆਰੀ ਹੈ ਕੀ ਬਾਤ ਜੱਟ ਨਾਲ ਵੱਧ ਜਾਣ ਤੋਂ ਵੱਧ ਪਿਆਰੀ ਹੈ ਕੀ ਬਾਤ ਉਹ ਪਹਿਲੇ 12 ਸਾਲ ਪਹਿਲਾਂ ਪਤਾ ਕਰਿਆ ਕਿੰਨਾ ਵੱਡਾ ਫਲਸਫਾ ਕਿੰਨਾ ਵੱਡਾ ਦਿਮਾਗੀ ਫਲਸਫਾ ਬਿਲਕੁਲ ਜਿਹੜੀਆਂ ਹੁਣ ਗੱਲਾਂ ਕਰਦਾ ਉਹ ਵੀ 10 ਸਾਲ ਬਾਅਦ ਲੋਕਾਂ ਨੂੰ ਪਤਾ ਲੱਗੇ ਕੀ ਕੀ ਕਿਹਾ ਬਾਤ ਉਹ ਤਾਂ ਲੱਗਦਾ ਜੀ ਮੁਰਗੇ ਰੋਜ਼ ਹੀ ਵੱਢ ਹੁੰਦੇ ਇਹਨਾਂ ਦਾ ਕੀ ਕਸੂਰ ਜੀ ਕਿ ਉਹਦੇ ਵਿੱਚ ਹਰ ਗੱਲ 'ਚ ਤਰਕ ਹੁੰਦਾ ਉਹਨਾਂ ਦੀ ਗੱਲ 'ਚ ਜਦੋਂ ਗੁਰਦਾਸ ਮਾਨ ਜੀ ਜਦੋਂ ਲਿਖਦੇ ਆ ਉਹਦੇ ਵਿੱਚ ਇੱਕ ਤਰਕ ਹੁੰਦਾ ਹਰ ਗੱਲ 'ਚ ਉਹਨਾਂ ਦੀ ਗੱਲ 'ਚ ਬੱਬੂਆਂ ਉਹਨਾਂ ਦੀ ਗੱਲ 'ਚ ਤਰਕ ਹੁੰਦਾ ਲਾਡੀ ਭਾਜੀ ਆਪਾਂ ਦੇਖਿਆ ਕਿ ਜਿਹੜੇ ਕਲਾਕਾਰ ਪਹਿਲਾਂ ਹਿੱਟ ਹੋਏ ਹੈਗੇ ਉਹਨਾਂ ਟਾਈਮਾਂ ਦੇ ਦੌਰਾਨ ਤੁਹਾਡੇ ਸਮਕਾਲੀ ਰਹੇ ਨੇ ਉਹ ਜ਼ਿਆਦਾਤਰ ਫਿਲਮਾਂ ਵੱਲ ਆ ਗਏ ਜੀ ਤੁਹਾਡਾ ਨਹੀਂ ਕਦੇ ਮਤਲਬ ਇਸ ਵੱਲ ਨੂੰ ਰੁਝਾਨ ਬਣਿਆ ਫਿਲਮਾਂ ਦੋ ਕੀਤੀਆਂ ਮੈਂ ਜੀ ਇੱਕ ਚੰਤਾਰਾ 'ਚ ਕਾਫੀ ਵੱਡਾ ਰੋਲ ਸੀਗਾ ਮੇਰਾ ਇੰਸਪੈਕਟਰ ਗੱਬਰ ਸਿੰਘ ਦਾ ਰੋਲ ਸੀਗਾ ਜੀ ਇੱਕ ਜਗ੍ਹਾ ਜੁਦਾ ਹੈ ਦਲਜੀਤ ਕਲਸੀ ਉਹਨਾਂ ਨੇ ਦਿੱਲੀ ਤੋਂ ਫਿਲਮ ਬਣਾਈ ਸੀ ਜੀ ਉਹਦੇ ਬਹੁਤ ਛੋਟਾ ਰੋਲ ਸੀਗਾ ਰਾਣਾ ਜੰਗ ਬਹਾਦਰ ਦੇ ਅਗੇਂਸਟ ਰੋਲ ਸੀਗਾ ਮੇਰਾ ਬਾਈ ਚਾਂਸ ਫਿਲਮਾਂ ਬਣੀਆਂ ਵੀ ਆਈਆਂ ਵੀ ਮਤਲਬ ਉਹਨਾਂ ਨੂੰ ਰਿਸਪੌਂਸ ਨਹੀਂ ਮਿਲਿਆ ਪਾਇਦਾਨ ਤੇ ਨਹੀਂ ਗਈਆਂ ਨਹੀਂ ਉਸ ਪਾਇਦਾਨ ਜਿਹੜਾ ਕਿ ਮੈਂ ਫੁੱਲ ਫਲੈਜ ਉਧਰ ਜੀ ਸਾਂ ਜੀ ਇੱਕ ਦੋ ਫਿਲਮਾਂ ਬਹੁਤ ਬੜੀਆਂ ਪਈਆਂ ਨੇ ਇੱਕ ਦੋ ਰੁਕੀਆਂ ਪਈਆਂ ਨੇ ਜੀ ਤੇ ਹੁਣ ਤੇ ਡਿਊ ਟੂ ਕੋਵਿਡ ਮਤਲਬ ਅਸੀਂ ਕਹਿ ਸਕਦੇ ਹਾਂ ਵੀ ਸੁਰਿੰਦਰ ਲਾਡੀ ਸਿੰਗਰ ਦੇ ਨਾਲ ਇੱਕ ਐਕਟਰ ਵਾਲੇ ਪਾਸੇ ਵੀ ਮਤਲਬ ਐਕਟਰ ਵੀ ਹੈਗੇ ਨੇ ਬਿਲਕੁਲ ਜੀ ਹਰ ਬੰਦਾ ਐਕਟਰ ਹੈ ਕਿਤੇ ਤੁਸੀਂ ਆਪਣੀ ਮਾਂ ਨਾਲ ਪੋਤਾ ਰੋਲ ਕਰ ਰਹੇ ਹੋ ਕਿਤੇ ਆਪਣੀ ਵਾਈਫ ਨਾਲ ਉਹਦੇ ਹਸਬੈਂਡ ਰੋਲ ਕਰ ਰਹੇ ਹੋ ਕਿਤੇ ਆਪਣੇ ਬੇਟੇ ਨਾਲ ਜਾਂ ਬੇਟੀ ਨਾਲ ਉਹਦੇ ਫਾਦਰ ਰੋਲ ਕਰ ਰਹੇ ਹੋ ਜ਼ਿੰਦਗੀ ਦੇ ਵਿੱਚ ਐਕਟਰ ਦਾ ਰੋਲ ਤਾਂ ਹਰ ਬੰਦਾ ਐਕਟਰ ਹੈ ਜੀ ਪਰ ਹਰ ਬੰਦਾ ਗਾਇਕ ਨਹੀਂ ਹੈ ਨਾ ਹਰ ਬੰਦਾ ਰਾਈਟਰ ਨਹੀਂ ਹੈ ਠੀਕ ਹੈ ਨਹੀਂ ਸ਼ੱਕ ਨਾ ਕਿਉਂਕਿ ਰੋਲ ਆਪਾਂ ਕਰਦੇ ਜਦੋਂ ਪਰ ਉਸ ਤੁਹਾਡੀ ਜਿਹੜੀ ਐਕਟਿੰਗ ਨੂੰ ਤੁਹਾਡਾ ਪ੍ਰੋਡਿਊਸਰ ਤੁਹਾਡਾ ਡਾਇਰੈਕਟਰ ਕਿੰਨੀ ਬਖੂਬੀ ਨਾਲ ਕੈਨਵਸ ਤੇ ਲਿਆਉਂਦਾ ਜੀ ਫਿਰ ਐਕਟਰ ਬਣਦਾ ਵੈਸੇ ਬੰਦਾ ਹਰ ਬੰਦਾ ਐਕਟਰ ਹੈ ਮਤਲਬ ਤੁਸੀਂ ਆਏ ਹੋਏ ਇਸ ਲਾਈਨ ਦੇ ਵਿੱਚ 2-4 ਫਿਲਮਾਂ ਕੀਤੀਆਂ ਹੁਣ ਵੀ ਜੀ ਅੱਗੇ ਵੀ ਆਫਰ ਹੈਗੀਆਂ ਨੇ ਕਰ ਰਹੇ ਛੋਟੇ ਮੋਟੇ ਰੋਲ ਜਿੱਦਾਂ ਵੀ ਮੇਰਾ ਉਹ ਹੁਣ ਨਹੀਂ ਹੈਗਾ ਮੁਕਾਮ ਕਿ ਮੈਂ ਹੁਣ ਰੋਮਾਂਟਿਕ ਰੋਲ ਕਰਾਂ ਕੋਈ ਮੈਂ ਕਰੈਕਟਰ ਰੋਲ ਕਰਾਂ ਜੀ ਸੁਰਿੰਦਰ ਜੀ ਇੱਕ ਚੀਜ਼ ਜਿਹੜੀ ਮੈਂ ਦੇਖੀ ਆ ਤੁਹਾਡੇ ਵੱਲੋਂ ਉਹਦੇ ਵਿੱਚ ਮੈਨੂੰ ਲੱਗਿਆ ਕਿਤੇ ਨਾ ਕਿਤੇ ਸੁਰਿੰਦਰ ਲਾਡੀ ਇੰਡੀਆ ਨੂੰ ਘੱਟ ਸਮਾਂ ਦੇ ਰਿਹਾ ਤੇ ਬਾਹਰ ਜ਼ਿਆਦਾ ਮੈਨੂੰ ਲੱਗ ਰਿਹਾ ਸ਼ਾਇਦ ਇਹ ਕਿੰਨੀ ਸੱਚਾਈ ਹੈ
ਬਿਲਕੁਲ ਸਹੀ ਕਿਹਾ ਤੁਸੀਂ, ਕਿਉਂਕਿ ਪਿਛਲੇ ਮੈਂ 10 ਕੁ ਸਾਲਾਂ ਤੋਂ ਜ਼ਿਆਦਾ ਫੋਰਨ ਦੇ ਟੂਰਾਂ 'ਚ ਥੋੜ੍ਹਾ ਜਿਹਾ ਵਿਅਸਤ ਰਿਹਾ ਜੀ। ਜ਼ਿਆਦਾ ਮੈਂ ਕੈਨੇਡਾ ਜਾਂਦਾ ਔਰ ਇੰਗਲੈਂਡ 'ਚ ਮੇਰੀ ਸਿਸਟਰ ਹੈ ਨੋਟਿੰਗਹਮ 'ਚ, ਤੇ ਉਹਨਾਂ ਕਰਕੇ ਉੱਥੇ ਮੈਨੂੰ ਜਦੋਂ ਜਾਣਾ ਮੈਂ ਤਾਂ ਵੀ 10-15 ਦਿਨ ਰਹਿ ਕੇ ਆਉਣਾ ਜੀ। ਤੇ ਆਉਣੇ ਵੇਲੇ ਵੀ 10-15 ਦਿਨ ਰਹਿ ਕੇ ਆਉਣਾ। ਤੋ ਇੱਕ ਤਾਂ ਮੇਰਾ ਯੂਰਪ ਵਿੱਚ ਹੀ ਲੱਗ ਜਾਂਦਾ ਮੇਰਾ ਹਰ ਸਾਲ ਜੀ। ਤਕਰੀਬਨ 5 ਤੋਂ 4 ਮਹੀਨੇ ਮੈਂ ਅਬਰੋਡ 'ਚ ਰਹਿਣਾ, ਤੇ ਉਹ ਕਈ ਵਾਰੀ ਭੁਲੇਖਾ ਆ ਜਾਂਦਾ ਸ਼ਾਇਦ ਬਾਹਰ ਸੈਟਲ ਹੋ ਗਿਆ, ਪਰ ਨਹੀਂ, ਮੈਂ ਇੰਡੀਆ ਹੀ ਰਹਿਣਾ ਅੱਜ ਤੱਕ ਵੀ। ਮੇਰਾ ਵੱਡਾ ਬੇਟਾ ਜਿਹੜਾ ਹੈਗਾ ਉਹ ਟੋਰਾਂਟੋ ਰਹਿੰਦਾ ਇਸ ਵੇਲੇ ਜੀ। ਤੋ ਆਉਣ ਵਾਲੇ ਸਮੇਂ 'ਚ ਕੁਝ ਕਹਿ ਨਹੀਂ ਸਕਦਾ ਅਜੇ ਤੱਕ, ਫਿਲਹਾਲ ਮੈਂ ਜਦੋਂ ਸ਼ੁਰੂਆਤ ਹੋਈ ਸੀ ਸੰਨ 93 ਜਾਂ 94 ਦੇ ਵਿੱਚ, ਕੀ ਰੇਟ ਹੁੰਦਾ ਸੀ ਪ੍ਰੋਗਰਾਮਾਂ ਦਾ? ਉਦੋਂ ਜਦੋਂ ਮੈਂ ਸਟਾਰਟ ਕੀਤਾ ਉਦੋਂ 11-12 ਹਜ਼ਾਰ ਕਿਆ ਬਾਤ, ਮੰਗੀ ਦੇ 15 ਸੀਗਾ, ਕਿਆ ਬਾਤ ਹੈ। 11,000 ਮਿਲ ਜਾਣਾ, 12,000 ਮਿਲ ਜਾਣਾ। ਉਹਦੇ ਨਾਲ ਵੀ ਸੰਤੁਸ਼ਟੀ ਸੀ, ਖੁਸ਼ ਖੁਸ਼ ਸੀ, ਉਹਦੇ ਨਾਲ ਖੁਸ਼ ਸੀਗੇ। ਉਹਦੇ ਅਸਲ 'ਚ ਜਦੋਂ ਸਭ ਕੁਛ ਸਸਤਾ ਸੀ, ਮਜੀਸ਼ੀਅਨ ਦੀ ਪੇਮੈਂਟ ਉਦੋਂ 300-400 ਹੁੰਦੀ ਸੀਗੀ। ਸਾਊਂਡ ਜਿਹੜਾ ਸਮਝ ਲਿਜਾਣਾ ਸਾਊਂਡ 3,000-4,000 ਵਧੀਆ ਸਾਊਂਡ ਚਲਾ ਜਾਂਦਾ ਸੀ ਜੀ। ਤੇ ਹੁਣ ਉਸੇ ਰੇਸ਼ੋ ਉਹ ਤੋਂ ਵੱਧ ਰੇਸ਼ੋ ਨਾਲ ਖਰਚੇ ਵਧੇ, ਰੇਟ ਲੋਕਾਂ ਨੇ ਹੁਣ ਜਦ ਵਧਾ ਲਿਆ ਹੁਣ ਕਈਆਂ ਨੇ, ਤਾਂ ਪਰ ਆਪਾਂ ਤਾਂ ਲੱਖਾਂ ਵਾਲੇ ਆਪਾਂ ਹਜ਼ਾਰਾਂ ਵਾਲੇ ਹੀ ਹਾਂ ਜੀ। ਆਪਾਂ ਹਜ਼ਾਰਾਂ 'ਚ ਮੰਗੀ ਦੇ, ਹਜ਼ਾਰਾਂ 'ਚ ਲਈ ਦੇ। ਚਲੋ ਬੜਾ ਵਧੀਆ ਤੁਸੀਂ ਹਿੰਟ ਦਿੱਤਾ ਗਾ ਜੀ, ਗੱਲਾਂ ਦੇ ਵਿੱਚ, ਤੁਸੀਂ ਬੜਾ ਵਧੀਆ ਤਰੀਕੇ ਨਾਲ ਹਿੰਟ ਦਿੱਤਾ ਗਾ, ਕਿਉਂਕਿ 15,000 ਉਦੋਂ ਲੈਂਦੇ ਸੀਗੇ, ਅੱਜ ਚਲੋ ਤੁਸੀਂ ਕਹਿ ਰਹੇ ਆ ਵੀ ਹਜ਼ਾਰਾਂ ਚਾਹੇ 99,000 ਹੀ ਲੈਂਦੇ ਹੋ, ਸਾਨੂੰ ਨਹੀਂ ਪਤਾ ਪਰ ਤੁਸੀਂ ਕਿਹਾ ਵੀ ਹਜ਼ਾਰਾਂ ਦੀ ਲੈਂਦੇ ਹੈਗੇ। ਬਿਲਕੁਲ ਬਿਲਕੁਲ ਜੀ। ਤੇ ਇੱਕ ਆਪਣੇ ਪੰਜਾਬੀ ਸਿੰਗਰ, ਪੰਜਾਬੀ ਭੈਣ ਭਰਾ ਕਲਾਕਾਰ ਇੱਕ ਗੱਲ ਅਕਸਰ ਹੀ ਕਹਿੰਦੇ ਨੇ ਵੀ ਅਸੀਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਹਾਂ, ਇਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ? ਨਹੀਂ, ਐਵੇਂ ਇਹ ਗੱਲਾਂ ਕਹੀ ਜਾਂਦੇ ਆਪਾਂ। ਸੇਵਾ ਪਤਾ ਕੌਣ ਲੋਕ ਕਰਦੇ? ਜਿਹੜੇ ਗਰਮੀ ਵਿੱਚ ਠੰਡ ਵਿੱਚ ਬੈਠੇ ਤਾਂ ਮੁੜ ਕੇ ਸੁਣਦੇ, ਉਹ ਸੇਵਾ ਕਰਦੇ। ਕਿਆ ਬਾਤ, ਅਸੀਂ ਤਾਂ ਪੈਸੇ ਕਮਾਉਣੇ, ਘਰ ਚਲੇ ਜਾਣਾ, ਸਾਡਾ ਬਿਜ਼ਨਸ ਹੈ। ਪਤੇ ਦੀ ਗੱਲ ਕਹੀ ਤੁਸੀਂ, ਦੇਖੋ ਜਿਵੇਂ ਕਿ ਟੈਂਟ ਵਾਲੇ ਦਾ ਬਿਜ਼ਨਸ ਹੈ, ਟੈਂਟ ਲਾਉਣਾ, ਹਲਵਾਈ ਦਾ ਬਿਜ਼ਨਸ ਹੈ, ਉਹਦਾ ਕੰਮ ਹੈ, ਸਾਡਾ ਵੀ ਕੰਮ ਹੈ ਕਿ ਐਵੇਂ ਮੈਂ ਪੰਜਾਬੀ ਮਾਂ ਬੋਲੀ ਸੇਵਾ ਕਰਦੀ, ਸੇਵਾ ਨਹੀਂ ਕੀਤੀ ਤਾਂ ਪੰਜਾਬੀ ਮਾਂ ਬੋਲੀ ਤੋਂ ਕਮਾਏ, ਪੈਸੇ ਕਮਾਏ ਆ। ਇਹ ਜਦੋਂ ਚਲੋ ਕਿਸੇ ਚੰਗੇ ਦਾ, ਕਿਉਂਕਿ ਜਿਹੜੇ ਸਟਾਰ ਲੋਕ ਹੁੰਦੇ ਆ ਉਹਨਾਂ ਨੂੰ ਟੀਨੇਜਰ ਫੋਲੋ ਕਰਦੇ ਆ, ਉਹ ਚੰਗੀ ਗੱਲ ਕਰ ਦਿੰਦੇ ਆ ਤੇ ਸਾਨੂੰ ਫੋਲੋ ਕਰ ਲੈਣ। ਜੇ ਜਦੋਂ ਨਿੱਕੂ ਨੇ ਵਧੀਆ ਸੋਹਣੀ ਪੱਗ ਬੰਨ੍ਹਣੀ ਸ਼ੁਰੂ ਕੀਤੀ ਸੀਗੀ ਜਦੋਂ ਨਵਾਂ ਆਇਆ, ਤੇ ਉਦੋਂ ਕਈ ਨਿਆਣਿਆਂ ਨੇ ਵਾਲ ਕੇਸ ਰੱਖ ਕੇ ਤੇ ਉਹਨਾਂ ਨੇ ਪੱਗਾਂ ਬੰਨ੍ਹਣੀਆਂ ਸ਼ੁਰੂ ਕਰਤੀਆਂ। ਚੰਗੀ ਚੀਜ਼ ਨੂੰ ਅਡਾਪਟ ਕਰਦੇ ਆ, ਉਹਨੂੰ ਸੇਵਾ ਵਾਲੇ ਪਾਸੇ ਲਾ ਲਓ, ਭਾਵੇਂ ਕਹਿ ਸਕਦੇ ਸੇਵਾ। ਜਿਵੇਂ ਹੁਣ ਪਿੱਛੇ ਜਸਰ ਨੇ ਟ੍ਰੈਂਡ ਤੋਰਿਆ, ਲੋਕੀ ਉਹਦੇ ਵਰਗੀ ਪੱਗ ਬੰਨ੍ਹਣੀ ਸ਼ੁਰੂ ਕਰਤੀ ਹੁੰਦੇ। ਠੀਕ ਹੈ, ਪਰ ਤੁਸੀਂ ਇਸ ਚੀਜ਼ ਨਾਲ ਬਿਲਕੁਲ ਸਹਿਮਤ ਹੋ ਵੀ ਅਸੀਂ ਸੇਵਾ ਨਹੀਂ ਕਰ ਰਹੇ, ਕਿਉਂਕਿ ਜਿਹੜਾ ਪੈਸੇ, ਦੇਖੋ ਬਿਜ਼ਨਸ ਹੈਗਾ ਜੀ, ਬਿਲਕੁਲ ਸੇਵਾ ਹੁੰਦੀ ਹੈ ਨਿਰਸਵਾਰਥ, ਨਿਰਸਵਾਰਥ, ਜਿਹਦੇ ਵਿੱਚ ਕੋਈ ਸਾਡਾ ਸਵਾਰਥ ਨਾ ਹੋਵੇ। ਮਤਲਬ ਇਸ ਚੀਜ਼ ਨੂੰ ਬਿਲਕੁਲ ਤੁਸੀਂ ਦਰਕਿਨਾਰ ਕਰਦੇ ਹੋ ਵੀ ਇਹ ਚੀਜ਼ ਨਹੀਂ ਕਰਨੀ ਚਾਹੀਦੀ, ਨਹੀਂ ਕਰਨੀ ਚਾਹੀਦੀ, ਨਹੀਂ ਕਰਨੀ ਚਾਹੀਦੀ। ਅਸੀਂ ਉਸ ਤੋਂ ਸੰਗੀਤ ਤੋਂ ਸਰਸਵਤੀ ਮਾਤਾ ਦੇ ਪੈਰਾਂ 'ਚ ਬੈਠ ਕੇ ਪੈਸੇ ਕਮਾ ਰਹੇ ਸੀ ਜੀ। ਉਸ ਪੰਜਾਬੀ ਮਾਂ ਬੋਲੀ ਦਾ ਪ੍ਰਚਾਰ ਭਾਵੇਂ ਕਰਦੇ, ਪਰ ਅਸੀਂ ਪੈਸੇ ਲੈ ਰਹੇ ਉਸ ਚੀਜ਼ ਦੇ। ਉਸ ਜਿਹੜਾ ਤੁਹਾਡਾ ਸਮਾਂ ਸੀਗਾ ਸ਼ੁਰੂਆਤ ਵਾਲਾ, ਉਸ ਟਾਈਮ ਸੁਰਿੰਦਰ ਲਾਡੀ ਦਾ ਬੜਾ ਵੱਡਾ ਮਤਲਬ ਕੱਦ ਕਾਠ ਸੀਗਾ, ਵੱਡਾ ਦਾਇਰਾ ਸੀਗਾ, ਤੇ ਅੱਜ ਦੇ ਸਮੇਂ ਦੇ ਮੁਤਾਬਕ ਮੈਨੂੰ ਨਹੀਂ ਲੱਗਦਾ ਵੀ ਤੁਸੀਂ ਉਸ ਦਾਇਰੇ ਦੇ ਵਿੱਚ ਆਨੇ ਹੋਗੇ। ਸ਼ਾਇਦ ਮੈਂ ਗਲਤ ਹੋਵਾਂ? ਨਹੀਂ, ਬਿਲਕੁਲ ਸਹੀ ਹੈ। ਜਿਹੜਾ ਸੱਚਾਈ ਨੂੰ ਜੇ ਆਪਾਂ ਦਰਕਿਨਾਰ ਨਹੀਂ ਕਰ ਸਕਦੇ, ਦਰਕਿਨਾਰ ਨਹੀਂ ਕਰ ਸਕਦੇ, ਜੀ। ਕਿਉਂਕਿ ਜੇ ਸਹੀ ਤਾਂ ਸਹੀ ਆ, ਕਿਉਂਕਿ ਉਹਨਾਂ ਸਟਾਰਡਮ ਨਹੀਂ ਰਿਹਾ, ਆਪਾਂ ਸਟਾਰਡਮ ਦੀ ਇੰਤਹਾ ਦੇਖੀਏ ਜੀ ਕਿ ਇੱਕ ਵਾਰੀ ਅਸਮਾਨ ਨੂੰ ਹੱਥ ਲਾਏ ਹੋਏ ਆ ਜੀ। ਅੱਜ ਕੋਈ ਗੱਲ ਨਹੀਂ, ਤਾਂ ਲੋਕੀ ਪਛਾਣਦੇ ਆ। ਮੇਰੇ ਕੋਲ ਆਮ, ਮੈਂ ਵੀ ਕਹੂੰਗਾ ਜਿਹੜੇ ਪੁਰਾਣੇ ਜਿੰਨੇ ਕਲਾਕਾਰ ਆ ਉਹਨਾਂ ਦੇ ਵਿੱਚੋਂ ਜਾਂ ਜਿਹੜੇ ਨਵਿਆਂ ਦੇ ਵਿੱਚੋਂ ਸਾਡੇ ਪੁਰਾਣਿਆਂ ਨੂੰ ਇਸ ਵੇਲੇ ਪ੍ਰੋਗਰਾਮ ਜ਼ਿਆਦਾ ਹੈ ਨਵਿਆਂ ਦੇ ਮੁਕਾਬਲੇ। ਪੈਸੇ ਘੱਟ ਕਮਾਉਂਦੇ ਹੋਵਾਂਗੇ, ਪਰ ਇਹ ਜੋ 4 ਗੀਤ ਹਿੱਟ ਹੋ ਕੇ 5 ਲੱਖ ਮੰਗਦੇ ਆ, ਤੇ ਮੁੜ ਕੇ ਗੀਤ ਰਿਪੀਟ ਕਰ ਰਹੇ 20-25 ਗੀਤਾਂ ਨਾਲ ਸਟੇਜ ਕੰਪਲੀਟ ਹੁੰਦੀ ਹੈ 3 ਘੰਟੇ ਦੀ ਵਿਆਹ ਦੀ। ਜਦੋਂ 5 ਲੋਕੀ ਸੁਣਦੇ ਬੋਰ ਹੁੰਦੇ ਆ, ਸਾਨੂੰ ਪਤਾ ਸੀ ਸਾਡੀਆਂ ਫੈਮਿਲੀ ਨੂੰ ਜਾਂਦੇ ਬੋਰ ਹੁੰਦੇ, ਲੋਕਾਂ ਦੇਖਿਆ ਹੁੰਦੇ ਸੀ। ਇੱਧਰ ਪਹਿਲੇ 40 ਕਸਟਾਂ ਕੀਤੀਆਂ ਨੇ, ਜਿੰਨੇ ਮਰਜ਼ੀ ਸੁਣ ਲਓ, ਇੱਕ ਗੀਤ ਸੁਣਾਓ ਤਾਂ ਵੀ ਭਾਵੇਂ ਸਾਰਾ ਦਿਨ ਲੱਗੇ ਰਹੋ। ਸਾਰੇ ਠੀਕ ਹੈ, ਸਹੀ ਹੈ। ਤੇ ਕਿਸ ਤਰ੍ਹਾਂ ਲੱਗਦਾ ਵੀ ਜਿਸ ਤਰ੍ਹਾਂ ਪੰਜਾਬੀ ਗਾਇਕੀ ਦੇ ਵਿੱਚ ਉਦੋਂ ਤੋਂ ਲੈ ਕੇ ਹੁਣ ਤੱਕ ਦਾ ਜਿਹੜਾ ਅੰਤਰ ਆਪਾਂ ਕਹਿ ਦਈਏ ਸੱਭਿਆਚਾਰਕ ਮੇਲਿਆਂ ਦਾ ਹਟ ਜਾਣਾ, ਕਿਉਂਕਿ ਉਸ ਟਾਈਮ ਦੇ ਵਿੱਚ ਬੜੇ ਸੱਭਿਆਚਾਰਕ ਮੇਲੇ ਲੱਗਦੇ ਸੀਗੇ ਜੀ, ਬਿਲਕੁਲ, ਉਹਨਾਂ ਦਾ ਬੰਦ ਹੋਣਾ ਕਿਤੇ ਨਾ ਕਿਤੇ, ਕੀ ਮਨ ਦੇ ਵਿੱਚ ਕਿਸ ਤਰ੍ਹਾਂ ਬਦਲਾਅ ਆਉਂਦਾ ਹੈ, ਕੀ ਵਿਚਾਰ ਇਹਦੇ ਬਾਰੇ? ਬਿਲਕੁਲ, ਉਦੋਂ ਮੇਲੇ ਜਿਹੜੇ ਹੁੰਦੇ ਸੀ ਬਹੁਤ ਵੱਡੇ ਲੈਵਲ ਤੇ ਹੁੰਦੇ ਸੀਗੇ, ਕਿਉਂਕਿ ਉਦੋਂ ਮੇਲੇ ਭਰਦੇ ਕਿਉਂ ਸੀਗੇ? ਕਿਉਂਕਿ ਲੋਕਾਂ ਨੂੰ ਕਲਾਕਾਰ ਦੇਖਣ ਦਾ ਮੌਕਾ ਬਹੁਤ ਘੱਟ ਮਿਲਦਾ ਸੀ, ਸਿਰਫ ਸਟੇਜ ਇੱਕ ਜ਼ਰੀਆ ਸੀਗਾ ਜਾਂ ਦੂਰਦਰਸ਼ਨ ਜਲੰਧਰ। ਹੁਣ 12-13 ਚੈਨਲ ਹੋ ਗਏ ਜੀ, YouTube ਹੋ ਗਿਆ, ਉਹ ਘਰ ਬੈਠੇ ਹੀ ਸਿੰਗਰ ਨੂੰ ਦੇਖ ਲੈਂਦੇ ਆ, ਤੇ ਉਹ ਖਿੱਚਦਾ ਜਿਹੜਾ ਥੋੜਾ ਘੱਟ ਹੈ, ਕੋਈ ਨਹੀਂ ਖਿੱਚ ਨਹੀਂ ਰਹੀ ਕੁਛ ਉਹਨਾਂ ਦੀ ਜਿਹੜੀ ਪਰਫਾਰਮੈਂਸ ਸਟੇਜ ਤੇ
ਮਾਫ ਕਰਨਾ, ਮੈਂ ਕਲਾਕਾਰਾਂ ਨੂੰ ਮੈਂ ਇਹ ਨਹੀਂ ਕਹਿੰਦਾ ਵੀ ਸਾਰੇ ਨਹੀਂ ਕਹਿੰਦਾ, ਵੀ ਉਹਨਾਂ ਦੇ ਤਕਰੀਬਨ 50% ਜੀ 50 ਤੋਂ 60% ਲਾ ਲਓ ਨਾ, ਉਹਨਾਂ ਦੇ ਗੀਤ ਬਹੁਤ ਵੱਡੇ ਹਿੱਟ ਹੋ ਜਾਂਦੇ ਆ, ਪਰ ਉਹਨਾਂ ਕੋਲ ਸਟੇਜ ਤੇ ਪਰਫਾਰਮੈਂਸ ਨਹੀਂ ਬਹੁਤੀ ਵਧੀਆ ਹੁੰਦੀ। ਪਤਾ ਨਹੀਂ ਸਿੱਖੇ ਨਹੀਂ ਹੁੰਦੇ ਬਹੁਤੇ, ਜਾਂ ਉਹਨੂੰ ਪਤਾ ਨਹੀਂ ਦਾ ਵੀ ਅਸੀਂ ਇੱਕ ਸਟੂਡੀਓ ਵਿੱਚ ਰਿਕਾਰਡਿੰਗ ਕਰਾਉਣਾ ਤੇ ਇੱਕ ਸਟੇਜ ਦੀ ਪਰਫਾਰਮੈਂਸ ਦੇਣਾ ਬਹੁਤ ਵੱਡਾ ਅੰਤਰ ਹੈਗਾ। ਵੱਡਾ ਅੰਤਰ ਹੈ ਜੀ ਤੇ ਹੁਣ ਆਪਾਂ ਪਰਫਾਰਮ ਕਰਦੇ, ਹੁਣ ਵੱਡੇ ਵੱਡੇ ਪਰਫਾਰਮਰ ਆਪਣੇ ਮੁੰਡੇ ਹੈਗੇ ਆ। ਹੁਣ ਰਣਜੀਤ ਬਾਵਾ ਜੀ ਕਈ ਵਾਰੀ ਮੂਹਰੇ ਬੜੇ ਸੁਣਦਾ ਮੌਕਾ ਮਿਲਦਾ, ਕਿਆ ਬਾਤ, ਮਜ਼ਾ ਆ ਜਾਂਦਾ। ਕਿਆ ਬਾਤ। ਇੱਦਾਂ ਦੇ ਇੱਕ ਹੀ ਨਹੀਂ, ਇੱਦਾਂ ਦੀ ਬਹੁਤ ਵੱਡੀ ਲਾਈਨ ਹੈ ਜਿਹੜੇ ਬਹੁਤ ਵੱਡੀ ਵਧੀਆ ਪਰਫਾਰਮਰ ਵੀ ਆ। ਕੋਈ ਇਹ ਵੀ ਬਹੁਤ ਵੱਡੀ ਲਾਈਨ ਹੈ ਜਿਹੜੇ ਕਿ ਸਟੇਜ ਤੇ ਜਾਂਦੇ ਗੀਤ ਭੁੱਲ ਜਾਂਦੇ ਆ ਜੀ, ਉਹਨਾਂ ਦਾ ਨਾਂ ਨਹੀਂ ਲੱਗਾ, ਉਹਨਾਂ ਨੂੰ ਪਤਾ ਸਾਨੂੰ ਪਤਾ ਉਹਨਾਂ ਦਾ ਕਿਹੜੇ ਕਿਹੜੇ ਬੰਦੇ ਗੀਤ ਸਟੇਜ ਤੇ ਭੁੱਲ ਜਾਂਦੇ, ਦੋਨੋਂ ਬੰਦੇ ਭੁੱਲ ਜਾਂਦੇ ਆ। ਸਹੀ। ਤੇ ਫਿਰ ਸੌਰੀ ਕਹਿ ਕੇ ਜਾਂ ਸਕੇਲ ਹੀ ਛੱਡ ਜਾਣਾ ਜਾਂ ਰਿਦਮ ਤੋਂ ਹੋ ਜਾਣਾ। ਸ਼ੁਰੂਆਤ ਦੇ ਵਿੱਚ ਤੁਸੀਂ ਗੱਲ ਕੀਤੀ ਸੀ ਭੰਗੜੇ ਦੇ ਵਧੀਆ ਕਲਾਕਾਰ ਰਹੇ ਹੋ ਜੀ, ਉਸ ਚੀਜ਼ ਨੇ ਸਟੇਜ ਦੇ ਉੱਤੇ ਕਿੰਨਾ ਮਤਲਬ ਤੁਹਾਡਾ ਸਾਥ ਬਹੁਤ ਕਿਉਂਕਿ ਜਿਹੜਾ ਬੰਦਾ ਪਰਫਾਰਮਰ ਹੁੰਦਾ ਨਾ, ਫੇਲ ਨਹੀਂ ਹੁੰਦਾ ਸਟੇਜ ਤੇ। ਜੀ, ਜਿਹਨੂੰ ਖੁਦ ਨੱਚਣਾ ਆ ਗਿਆ ਤੇ ਲੋਕਾਂ ਨੂੰ ਨਚਾਉਣਾ ਕਿਉਂਕਿ ਪਤਾ ਹੁੰਦਾ ਹੁਣ ਕੀ ਐਸ ਮੱਖਣ ਭਾਜੀ ਆ, ਜੇ ਕਦੇ ਵੀ ਜਦੋਂ ਉਹ ਗੀਤ ਰਿਕਾਰਡ ਕਰਦੇ ਸੀ ਪਹਿਲਾਂ ਗੱਲ ਹੁਣ ਵੀ ਕਰਦੇ ਆ, ਉਹ ਦੇਖੂਗਾ ਵੀ ਇੱਥੇ ਇੱਕ ਭੰਗੜਾ ਪਹਿਲਾਂ ਨਹੀਂ ਪੈਂਦਾ, ਜੇ ਭੰਗੜਾ ਪੈਂਦਾ ਤਾਂ ਗੀਤ ਕਰਨਾ ਰਹਿਣ ਦੋ, ਟਰੈਕ ਬਣਿਆ ਖਤਮ ਕਰ ਦਿੰਦੇ ਆ। ਇੱਥੇ ਤਾਂ ਮੈਨੂੰ ਇਹ ਲੱਗਦਾ ਵੀ ਸਾਈਡ ਸੌਂਗ ਤੇ ਵੀ ਲੋਕ ਨੱਚਣ ਆਉਂਦੇ ਆ। ਹਾਂ, ਇਸ ਤਰ੍ਹਾਂ ਦੇ ਵੀ ਹੈਗੇ ਆ ਹੈਗੇ ਤਾਂ ਵੀ ਮਤਲਬ ਨਾਲ ਉਹਨੂੰ ਕਹਿੰਦੇ ਢੋਲ ਦੀ ਬੀਟ ਚੱਕਦੇ ਵੀ ਮੈਂ ਸਾਈਡ ਸੌਂਗ ਬਣਾਉਂਦਾ ਚਾਹੀਦਾ ਕਿ ਸਟੇਜ ਤੇ ਢੋਲ ਹੀ ਉਦੋਂ ਰੱਖ ਲੈਂਦੇ ਆ, ਬਸ। ਪਰ ਨੱਚਣਾ ਤੁਹਾਡੇ ਬੋਲਾਂ ਤੇ ਹੈ ਜਾਂ ਤੁਹਾਡੀ ਟਿਊਨ ਤੇ ਨੱਚਣਾ, ਢੋਲ ਨਾਲ ਤਾਂ ਨੱਚਣਾ ਨਹੀਂ ਆਉਣਾ। ਬਿਲਕੁਲ ਤਾਂ ਤੁਹਾਡੇ ਗੀਤਾਂ 'ਚ ਅਪੀਲਿੰਗ ਹੋਵੇ ਜੀ। ਤੇ ਹੁਣ ਅੱਜ ਤੋਂ ਪਹਿਲਾਂ ਸੁਰਿੰਦਰ ਕੌਰ ਜੀ ਜਾਂ ਬੀਬਾ ਜੀ, ਉਹਨਾਂ ਦੇ ਗੀਤਾਂ 'ਚ ਕਿਹੜਾ ਕੋਈ ਰਿਦਮ ਹੁੰਦੇ ਸੀ, ਪਰ ਬੋਲਾਂ 'ਚ ਰਿਦਮ ਐਸੇ ਕਿ ਲੋਕੀ ਨੱਚਦੇ ਆ, ਅੱਜ ਹੀ ਨੱਚਦੇ ਆ। ਜੀ ਜੀ ਜੀ। ਕੋਈ ਸਟੇਜ ਦੀ ਕੋਈ ਕੌੜੀ ਯਾਦ? ਬਿਲਕੁਲ, ਮੈਂ ਤੇ ਗੁਰਪ੍ਰੀਤ ਘੁੱਗੀ ਨੇ ਤਕਰੀਬਨ 93 ਤੋਂ ਲੈ ਕੇ ਜਾਂ 92 ਤੋਂ ਲੈ ਕੇ ਜਦੋਂ ਮੈਂ ਗਾਉਣਾ ਸ਼ੁਰੂ ਕਰਤਾ ਸੀ ਜੀ, ਤਕਰੀਬਨ 2007 ਤੱਕ ਇਕੱਠੇ ਅਸੀਂ ਸਟੇਜਾਂ ਕੀਤੀਆਂ। ਤੇ ਜੇ ਮੈਂ ਕਹਾਂ ਵੀ ਉਹ ਮੈਨੂੰ ਲੈ ਕੇ ਆਇਆ ਜਾਂ ਮੈਨੂੰ ਲੈ ਕੇ ਆਇਆ, ਤਾਂ ਸ਼ਾਇਦ ਉਹ ਮੈਨੂੰ ਸਟੇਜ ਲੈ ਗਿਆ ਜਾਂ ਮੈਨੂੰ ਸਟੇਜ ਲੈ ਗਿਆ। ਕਮਰਸ਼ੀਅਲ ਸਟੇਜ ਤੇ ਨੋਟ ਟੀਵੀ 'ਤੇ ਤਾਂ ਪਹਿਲਾਂ ਵੀ ਰੌਣਕ ਰਾਮ ਜੀ ਨਾਲ ਕੰਮ ਕਰਦੇ ਸੀ। ਤੇ ਉਦੋਂ ਜਦੋਂ ਅਸੀਂ ਗਾਇਕੀ ਸ਼ੁਰੂ ਕੀਤੀ ਜਾਂ ਸਾਡੇ ਇੰਨੇ ਪ੍ਰੋਗਰਾਮ, ਤਾਂ ਇੱਕ ਵਾਰੀ ਸਾਨੂੰ ਦੁਸਹਿਰੇ ਦਾ ਪ੍ਰੋਗਰਾਮ ਹੋ ਗਿਆ, ਗੋਲੂ ਕਾ ਮੋੜ, ਮੈਨੂੰ ਯਾਦ ਹੈ ਜੀ। ਗੋਲੂ ਕੋ ਮੋੜੋ ਫਿਰੋਜ਼ਪੁਰ ਦੇ ਉੱਪਰਲੇ ਪਾਸੇ ਦੁਸਹਿਰਾ ਬਹੁਤ ਵੱਡਾ ਲੱਗਦਾ ਉੱਥੇ, ਤਕਰੀਬਨ 10-12 ਪਿੰਡ ਦੁਸਹਿਰਾ ਦੇਖਣ ਜੀ ਨੂੰ। ਜੀ। ਤੇ ਸਾਡਾ ਪ੍ਰੋਗਰਾਮ ਥੋੜੇ ਦਿਨ ਪਹਿਲਾਂ ਸੀਗਾ ਪ੍ਰੋਗਰਾਮ ਹਰਿਆਣਾ ਭੁੱਗਾ ਪੈਂਦਾ ਸਾਡੇ ਹੁਸ਼ਿਆਰਪੁਰ ਦੇ ਜੀ। ਉੱਥੇ ਉਹਨਾਂ ਸਾਨੂੰ ਦੁਸਹਿਰੇ ਦਾ ਪ੍ਰੋਗਰਾਮ ਸਾਨੂੰ ਕਹਿਤਾ ਵੀ ਜਿੰਨੀ ਪੇਮੈਂਟ ਇੱਥੋਂ ਲਈ ਆ ਉਨੀ ਤੋਂ ਦੁਸਹਿਰੇ ਵਾਲੇ ਦਿਨ ਪੇਮੈਂਟ ਦੇਵਾਂਗੇ ਤੇ ਤੁਸੀਂ ਪ੍ਰੋਗਰਾਮ ਸਾਡਾ ਕਰਨਾ ਜੀ। ਉਦੋਂ ਬਸ ਰੇਟ ਇੰਨਾ ਕੀ ਚੱਲਦਾ ਸਾਡਾ 15,000 ਜਾਂ 12,000। ਠੀਕ ਹੈ ਠੀਕ ਹੈ। ਅਸੀਂ ਕਿਹਾ ਠੀਕ ਹੈ ਜੀ, ਅਸੀਂ ਉਹਨਾਂ ਕੋਲ ਐਡਵਾਂਸ ਲਿਆ ਸੀ। ਜਦੋਂ ਵਾਪਸ ਆਏ ਸਾਡੇ ਮੁੰਡੇ ਦਾ ਮੇਰਾ ਭਤੀਜਾ ਰਾਣਾ ਭੂਪੀ ਉਹਨੇ ਪ੍ਰੋਗਰਾਮ ਬੁੱਕ ਕਰ ਲਿਆ ਗੋਲੂ ਕੇ ਮੋੜ ਦੁਸਹਿਰੇ ਦਾ 25,000 'ਚ। ਸਾਡਾ ਦਿਮਾਗ ਖਰਾਬ ਹੋ ਗਿਆ। ਉੱਧਰ ਉਹਨਾਂ ਨੂੰ ਫੋਨ ਕਿੱਥੇ ਹੁੰਦਾ ਸੀ ਕਿ ਉਸਨੇ ਆ ਵੀ ਆਉਂਦਾ ਵੀ ਉਹ ਤਾਂ ਜੀ ਪ੍ਰੋਗਰਾਮ ਸਾਡਾ ਬੁੱਕ ਹੋ ਗਿਆ, ਤੇ ਹੋ ਵੀ ਗਿਆ ਸੀ। ਠੀਕ ਹੈ। ਅਸੀਂ ਚਲੇ ਗਏ ਉੱਥੇ ਜਾ ਕੇ ਤਕਰੀਬਨ 5:30 ਵਜੇ ਇਹਨਾਂ ਨੇ ਰਾਵਣ ਨੂੰ ਅਗਨ ਭੇਟ ਕਰਨਾ ਸੀਗਾ ਜੀ। ਸਾਨੂੰ ਕਹਿੰਦੇ ਤੁਸੀਂ ਆ ਜਾਓ ਕਰੋ ਸ਼ੁਰੂ, ਸਾਨੂੰ 4:30 ਲਾਤਾ ਉਹਨਾਂ ਨੇ। ਤੇ ਇਹ ਗੀਤ 3 ਗਾਏ। ਜਦੋਂ ਅਸੀਂ ਗਾਉਣਾ ਸ਼ੁਰੂ ਕੀਤਾ ਬੰਦਾ 60,000 70,000 ਸੀ, ਮੇਰੇ ਪਤਾ ਲੱਗ ਦੁਨੀਆ ਕਿੰਨੀ ਸੀ ਜੀ। ਕੁਛ ਕਰੇਜ਼ ਸੀਗਾ ਸਾਡਾ, ਘੁੱਗੀ ਦਾ ਵੀ ਤੇ ਮੇਰਾ ਵੀ ਕਰੇਜ਼ ਸੀਗਾ। ਤੇ ਜਦੋਂ 3 ਗੀਤ ਗਾਏ ਤੇ ਮੋਰੇ 500 ਬੰਦਾ ਸੀ। ਅੱਛਾ ਜੀ। ਉੱਧਰ ਬੰਦੇ ਸੀਗੇ ਤਾਂ ਉੱਥੇ, ਪਰ ਸਾਡੀ ਸਟੇਜ ਮੋਰੇ ਨਹੀਂ ਸੀ। ਠੀਕ ਹੈ। ਤੇ ਪ੍ਰਬੰਧਕ ਆਏ ਕਹਿੰਦੇ ਕਿ ਤੁਸੀਂ ਜਾਓ, ਤੁਹਾਨੂੰ ਨਹੀਂ ਪਸੰਦ ਕੀਤਾ, ਹੁਣ ਕੁਛ ਨਹੀਂ ਕਹਿ ਸਕਦੇ, ਤੁਸੀਂ ਜਾਓ। ਅੱਛਾ ਜੀ। ਵਾਪਸ ਜਦੋਂ ਰਸਤੇ 'ਚ ਵਾਪਸ ਨੇ ਗੁਰਪ੍ਰੀਤ ਘੁੱਗੀ ਤੇ ਮੈਂ ਸਲਾਹ ਕਰਦੇ ਹੁੰਦੇ ਆ ਤੇ ਵੀ ਯਾਰ ਉਹ ਜਿਹੜੀਆਂ ਆਪਾਂ ਨਾ ਜਿਹੜੇ ਉੱਥੇ ਸਰੋਤੇ ਸੀ ਉਹਨਾਂ ਦੀਆਂ ਆਪਾਂ ਭਾਵਨਾ ਨੂੰ ਠੇਸ ਪਹੁੰਚਾ ਕੇ ਆਏ ਆ, ਉਹਦਾ ਸਾਨੂੰ ਨਤੀਜਾ ਮਿਲਿਆ ਹੈ। ਕੀ ਬਾਤ ਹੈ। ਹੋਰ ਵੀ ਕਈ ਨਾ ਇਹ ਮੈਨੂੰ ਮੇਨ ਲੱਗਦਾ ਵੀ ਸ਼ੇਅਰ ਕਰਨੀ ਬਣਦੀ ਸੀਗੀ ਕਿ ਇੱਦਾਂ ਵੀ ਕਈ ਵਾਰੀ ਹੋ ਜਾਂਦਾ ਕਿ ਅਸੀਂ ਸਾਡੀ ਸਟੇਜ ਵੀ ਫਿਰ ਗਈ ਨਹੀਂ ਸੋ ਕਿ ਉਹ ਸਾਨੂੰ ਨਿਕਾਰ ਦੱਸਦੇ। ਤੁਹਾਡੀ ਗੱਲ ਤੋਂ ਚੇਤਾ ਆਇਆ ਵੀ ਜਿਹੜੀ ਮੈਂ ਪਹਿਲਾਂ ਗੱਲ ਕਰਦਾ ਸੀ 99 ਜਾਂ 2000 ਦੇ ਵਿੱਚ ਇੱਥੇ ਸਾਡੇ ਵਰਲਡ ਕਾਲਜ ਹੈਗਾ ਧੂਰੀ ਦੇ ਨਾਲ ਜੀ, ਅੱਜ ਦਾ ਬਹੁਤ ਵੱਡਾ ਸਿੰਗਰ ਉੱਥੇ ਆਇਆ। ਗਲ ਦੇ ਵਿੱਚ ਉਹਦੇ ਕਾਲੀ ਰੰਗ ਦੀ ਟੀ-ਸ਼ਰਟ ਪਾਈ, ਗਲ ਦੇ ਵਿੱਚ ਉਹਨੇ ਘੜੀ ਲਗਾਈ ਹੋਈ। ਪਹਿਲੇ ਗੀਤ ਸ਼ੁਰੂ ਕੀਤਾ ਸੀ ਉਸ ਬੰਦੇ ਦਾ ਜਿਹਨੂੰ ਦੇਖਣ ਲਈ ਅੱਜ ਲੋਕੀ ਨਾ ਕੰਨਾਂ ਟੱਪ ਜਾਂਦੇ ਆ। ਉਹ ਬੰਦੇ ਦੇ ਪ੍ਰੋਗਰਾਮ ਫਸਟ ਗੀਤ ਸ਼ੁਰੂ ਕੀਤਾ ਸੀ ਤੇ ਲੋਕੀ ਦੇਖਣੇ ਸ਼ੁਰੂ ਹੋ ਗਏ ਸੀ ਨਾਲ ਹੀ। ਕਿਤੇ ਕਿਤੇ ਹੋ ਜਾਂਦੀ ਹੈ ਕਿਉਂਕਿ ਉਦੋਂ ਕੀ ਸੀਗਾ, ਸਿਰਫ ਕੈਸਟ ਵੱਜੀ ਸੀ ਪਹਿਲੀ ਉਹਨਾਂ ਦੀ, ਔਰ ਕੈਸਟ ਦਾ ਤੇ ਉਹੀ ਆਪਾਂ ਪਹਿਲਾਂ ਗੱਲ ਕਰਕੇ ਹਟੇ ਵੀ ਕੈਸਟ ਦਾ ਤੇ ਸਟੇਜ ਦਾ ਬਹੁਤ ਵੱਡਾ ਸਟੇਜ ਜਿਹੜੀ ਆ ਉਹ ਸਾਡੇ ਨਵੇਂ ਤਜਰਬੇ ਹੁੰਦੇ ਆ ਜੀ ਸਟੇਜ ਤੇ। ਹੁਣ ਇੱਕ ਸਿੰਗਰ ਸਾਡੇ ਸੀਨੀਅਰ ਹੈ ਬਹੁਤ, ਉਹਨਾਂ ਦਾ ਨਾਂ ਨਹੀਂ ਲੈਣਾ ਕੋਈ ਗੱਲ ਇੱਦਾਂ ਦੀ ਕੋਈ, ਉਹ ਕਹਿੰਦੇ ਸੀ ਬੰਦੂਕ ਲਾਈ ਨਵੀਂ ਉਦੋਂ ਕਹਿੰਦੇ ਜੀ। ਤੇ
ਵਿੱਚ ਕਹਤਾ ਵੀ ਹੁਣ ਸਾਡਾ ਗਾਉਣ ਵਾਲੀ ਕੁੜੀ ਨਾਲ ਹੁੰਦੀ ਆ, ਆਪਾਂ ਸਟੇਜ ਤੇ ਕਿਸੇ ਨੂੰ ਚੜ੍ਹਨ ਦੇਣਾ ਕਰਨਾ ਕੀ ਬਾਤ, ਜਿਹੜਾ ਹੈ ਬਦੂਈ ਨਾਲੇ ਪਰੇ ਕਰ ਦੇਣਾ। ਠੀਕ ਹੈ। ਕਹਿੰਦੇ ਗੀਤ ਦੋ ਹੀ ਗਾਏ ਗੀਤ ਅਸੀਂ, ਤੇ ਮੋਰਿਓਂ ਇਹ ਕਾਵੇ ਜੀ ਦੇ ਹੱਥ 'ਚ ਰਿਵਾਲ ਵੜਾ ਮਹਿਲ ਲਾਵੇ ਬੰਦਾ ਸ਼ਰਾਬੀ ਹੋਇਆ। ਤੇ ਉਹ ਮੈਨੂੰ ਜਿਹੜਾ ਗੱਲ ਮੈਨੂੰ ਇਸ਼ਾਰਾ ਕਰਦਾ ਕੀ ਕਰਨਾ, ਕਹਿੰਦਾ ਮੈਂ ਉਹਨੂੰ ਦੇਖੋ ਹੀ ਕਰਦਾ। ਉਹ ਕਹਿੰਦੇ ਹੈ ਤੈਨੇ 50 ਦੇ 5000 ਦੇ ਨਾ ਉਹਦੀ ਗੱਡੀ ਰਿਵਾਲ ਵਟਾਉਂਦੇ ਕਿ ਮੇਰੀ ਕਹਿੰਦਾ ਪੈਸੇ ਤਲਾਇਆ ਉਹਨੇ, ਫਿਰ ਪੈਸੇ ਸਿੱਟੇ ਕੀ ਬਾਤ, ਤੇ ਕੰਨ 'ਚ ਕਹਿੰਦਾ ਉਹਨੂੰ ਬਾਹਰ ਜਾਂਦਾ, ਉਹਨੂੰ ਵੀ ਲਾਓ ਤੁਹਾਨੂੰ ਨਾਲ ਠੀਕ ਸੀ ਕੁੜੀ, ਠੀਕ ਹੈ। ਤੇ ਕਹਿ ਕੇ ਚਲਾ ਗਿਆ। ਕਹਿੰਦਾ ਉਹ ਤੋਂ ਨਾਲ ਹੀ ਫਿਰ ਦਵਾਉਣੀ ਸ਼ੁਰੂ ਕਰਤੀ ਸੀ ਵੇਲੇ। ਇਹ ਆ ਵੀ ਹਰ ਰੋਜ਼ ਤੁਸੀਂ ਤੁਹਾਨੂੰ ਨਵੇਂ ਤਜਰਬੇ ਹੁੰਦੇ ਹੁਣ ਉਹ ਇੱਕ ਕੁੜੀ ਸੀ ਉਹਨਾਂ ਦੇ ਨਾਲ ਜੀ, ਕੋ ਸਿੰਗਰ ਕਹਿ ਲਈਏ ਆਪਾਂ, ਇਹਦਾ ਮਤਲਬ ਜੇ ਆਰਕੈਸਟਰਾ ਵਾਲੇ ਜਾਂਦੇ ਤਾਂ ਮਤਲਬ 10-10 ਸਾਲ ਦਾ ਰੱਖਿਆ ਕਰਨਾ ਬਿਲਕੁਲ ਨਾਲ, ਜੇ ਇੱਕ ਵਾਸਤੇ ਇੱਕ ਰਫਲ ਦੀ ਗੱਲ ਹੈ ਜੀ ਬਿਲਕੁਲ। ਇਹ ਤੇ ਦੁਗਾਣੇ ਵਿੱਚ ਮੈਂ ਵੀ ਤਾਂ ਦੁਗਾਣੇ ਦੀ ਗੱਲ ਕਰ ਰਿਹਾ ਸੀ ਮੈਂ, ਤੇ ਕਦੋਂ ਤੋਂ ਦੁਗਾਣਾ ਸ਼ੁਰੂ ਕੀਤਾ ਗਾ? ਮੈਂ 2006 ਵਿੱਚ ਮੇਰੀ ਪਹਿਲੀ ਟੇਪ ਪਾਈ ਲੋਕਾਂ ਨੂੰ ਚਾਹੀਏ ਸੁਦੇਸ਼ ਕੁਮਾਰੀ ਉਹਨਾਂ ਨਾਲ। ਸ਼ੁਰੂ ਦੇ ਵਿੱਚੋਂ ਤੁਸੀਂ ਦੇਖੋ 93 ਦੇ ਵਿੱਚ ਸ਼ੁਰੂਆਤ ਕੀਤੀ, 13 ਸਾਲਾਂ ਬਾਅਦ 13 ਸਾਲ ਤੁਸੀਂ ਸੋਲੋ ਟਰੈਕ ਦੇ ਨਾਲ ਲੋਕਾਂ ਦੇ ਦਿਲਾਂ ਤੇ ਰਾਜ ਕੀਤਾ। ਬਿਲਕੁਲ ਬਿਲਕੁਲ। ਲੋਕਾਂ ਦੇ ਦਿਲਾਂ ਤੇ ਰਾਜ ਕੀਤਾ। ਕੀ ਕਾਰਨ ਸੀਗਾ ਵੀ ਦੁਗਾਣਾ ਬੁਲਾਉਣਾ ਪਿਆ? ਵੈਸੇ ਹੀ ਕੋਈ ਕਾਰਨ ਵੀ ਕੋਈ ਨਹੀਂ ਸੀ ਜੀ, ਇੱਕ ਸਾਡੇ ਪ੍ਰੋਡਿਊਸਰ ਕੋਈ ਡਿਮਾਂਡ ਸੀ ਲੋਕਾਂ ਦੀ? ਕੋਈ ਡਿਮਾਂਡ ਨਹੀਂ ਸੀ ਜੀ। ਬਾਈ ਚਾਂਸ ਸੀ ਸਾਡੇ ਮਿੱਤਰ ਸੁਖਸ਼ਿੰਦਰ ਗਿੱਲ ਜੀ ਨਾਰਵੇ ਤੋਂ, ਕਹਿੰਦੇ ਮੈਂ ਟੇਪ ਕਰਨੀ ਹੈ ਇੱਕ, ਪਰ ਕਰਨੀ ਸੁਦੇਸ਼ ਕੁਮਾਰੀ ਨਾਲ, ਪੈਸੇ ਸਾਰੇ ਮੈਂ ਲਊਂਗਾ। ਤੇ ਸਾਨੂੰ ਕਹੇਗਾ ਕਿ ਕਰ ਲੈਂਦੇ ਹਾਂ। ਫਿਰ ਉਦੋਂ ਲੁਕਣ ਬਜਾਏ ਟੇਪ ਵਿੱਚ ਚਾਰ ਦਿਨ ਸੰਧੂ ਸਾਹਿਬ ਦੇ ਤੇ ਟਾਈਟਲ ਜਿਹੜਾ ਮੇਨ ਗੀਤ ਅਸੀਂ ਪ੍ਰਮੋਟ ਕੀਤਾ, ਮੰਨ ਲੈ ਜੇ ਕੋਠੇ ਤੋਂ ਮੈਂ ਡਿੱਗ ਜਾਂ ਮੈਨੂੰ ਚੱਕੇਗਾ ਕਿ ਨਾ ਜੀ, ਉਸੇ ਵਿੱਚੋਂ ਗੀਤ ਸਾਡਾ ਹੋਰ ਹਿੱਟ ਹੋਇਆ, ਹਰਮਿੰਦਰ ਉਲਟ ਲਿਖਿਆ ਹੋਇਆ, ਅਸੀਂ ਦੋਵਾਂ ਨੇ ਕਸਮ ਲਈ ਖਾ ਰੱਬਾ ਨੂੰ ਮਾਫ ਨਾ ਕਰੀ। ਉਸ ਤੋਂ ਬਾਅਦ ਫਿਰ ਅਸੀਂ ਹਰ ਕੈਸਟ ਦੇ ਵਿੱਚ ਇੱਕ ਡਿਊਟ ਗਾਉਣਾ ਸ਼ੁਰੂ ਕਰਤਾ, ਕਦੀ ਸੁਦੇਸ਼ ਜੀ ਨਾਲ, ਕਦੀ ਮਿਸ ਪੂਜਾ ਨਾਲ, ਕਦੀ ਗੁਰਦੇਜ ਨਾਲ, ਕਦੀ ਅਲੱਗ ਨਾਲ। ਤੇ ਉਸ ਤੋਂ ਬਾਅਦ ਫਿਰ 2018 ਦੇ ਵਿੱਚ ਫਿਰ ਇੱਕ, ਕਿਉਂਕਿ ਮੈਨੂੰ ਸਾਨੂੰ ਫਿਰ ਲੜਕੀ ਵੀ ਨਾਲ ਚਾਹੀਦੀ ਹੁੰਦੀ ਸੀ ਇੱਕ ਉਹ ਗੀਤ ਗਾਉਣ ਵਾਸਤੇ। ਫਿਰ ਸਮੇਂ ਦੇ ਹਿਸਾਬ ਨਾਲ ਕਿਸੇ ਨਾ ਕਿਸੇ ਲੜਕੀ ਨੂੰ ਕੋ ਸਿੰਗਰ ਨਾਲ ਲਿਜਾਣਾ ਹੋਣਾ ਸ਼ੁਰੂ ਕੀਤਾ ਸੀ। ਤੇ ਹੁਣ 2017 ਵਿੱਚ ਫਿਰ ਇੱਕ ਲੜਕੀ ਨੂੰ ਅਸੀਂ ਹੋਰ ਪ੍ਰਮੋਟ ਕੀਤਾ, ਰਿਕ ਨੂੰ, ਉਹਨੇ ਮੇਰਾ 7-8 ਗੀਤ ਗਾਏ। ਪਹਿਲਾਂ ਕਿਤੇ ਵੰਗਾ ਆਇਆ ਸੀਗਾ, ਫਿਰ ਵੋਟਾਂ ਦੇ ਦਿਨ, ਕਿਉਂਕਿ ਸਾਨੂੰ ਜਦੋਂ ਦੁਆਬੇ 'ਚ ਬਹੁਤੀ ਸਾਨੂੰ ਨਹੀਂ ਕਹਿੰਦਾ ਵੀ ਡਿਊਟੀ ਗਾਉਣ ਦੀ ਜ਼ਰੂਰਤ ਨਹੀਂ ਪੈਂਦੀ। ਜਦੋਂ ਆਪਾਂ ਮਾਲਵੇ ਵਿੱਚ ਆਉਂਦੇ ਹਾਂ ਜਾਂ ਅਸੀਂ ਮਾਝੇ ਵਾਲੇ ਪਾਸੇ ਜਾਂਦੇ ਹਾਂ, ਉੱਥੇ ਦੁਗਾਣਾ ਸੁਣਦੇ ਹਾਂ, ਭਾਵੇਂ ਦੋ ਹੀ ਦੁਗਾਣੇ ਸੁਣ ਸਟੇਜ ਤੇ ਸੁਣਦੇ ਹਾਂ ਜੀ। ਤੇ ਪਹਿਲਾਂ ਮੈਨੂੰ ਇਕੱਲੇ ਨੂੰ ਸਵੀਕਾਰ ਕਰ ਲਿਆ ਸੀਗਾ, ਤੇ ਹੁਣ ਜਦੋਂ ਉਹਨਾਂ ਕੋਲ ਆਪਸ਼ਨ ਹੋ ਗਈ ਤੇ ਚਲੋ ਉਹ ਕਹਿੰਦੇ ਨਹੀਂ ਹੁਣ ਸਿੰਗਰ ਹੋਣਾ ਚਾਹੀਦਾ। ਹੁਣ ਤੁਸੀਂ ਪੱਕਾ ਸੈਟ ਬਣਾਇਆ ਹੈ ਜੀ? ਹੈ ਇੱਕ ਨੂੰ ਲੜਕੀਆਂ ਨਵੀਂ ਬਿਲਕੁਲ ਜੀ, ਉਹਦੇ ਨਾਲ ਤਕਰੀਬਨ 5-7 ਟਰੈਕ ਆਏ ਮੇਰੇ, 2-3 ਟੂਰ ਵੀ ਲੱਗੇ ਸਾਡੇ ਜੀ, ਕੈਨੇਡਾ ਦੇ ਔਰ ਇੰਗਲੈਂਡ ਦੇ ਵੀ। ਤੇ ਹੁਣ ਪੱਕੇ ਤੌਰ ਤੇ ਜਿੱਦਾਂ ਦੁਗਾਣਾ ਜੋੜੀ ਨਹੀਂ ਕਰਦਾ, ਮੈਂ ਕੋ ਸਿੰਗਰ ਰੱਖੀ ਹੋਈ ਹੈ ਦੁਗਾਣਾ, ਫਿਰ ਮੈਂ ਜ਼ਿਆਦਾ ਸੋਲੋ ਹੀ ਗਾਉਣੇ ਹੁੰਦੇ ਆ, 2-3 ਗੀਤ ਜੂੜ ਗਾਉਣੇ ਹੁੰਦੇ ਆ ਲੋਕਾਂ ਦੇ ਟੇਸਟ ਦੇ ਮੁਤਾਬਕ ਤੁਸੀਂ ਕਿਤੇ ਉਹ ਕੁਛ ਨਹੀਂ ਪਤਾ। ਬਿਲਕੁਲ। ਲੜੀ ਜੀ, ਜਾਂਦੇ ਜਾਂਦੇ ਸਾਡੇ ਚੈਨਲ ਦੇ ਜਰੀਏ ਆਪਣੇ ਸਰੋਤਿਆਂ ਨੂੰ ਸੰਦੇਸ਼? ਬਸ ਮੈਂ ਇਸ ਕਾਬਲ ਤਾਂ ਨਹੀਂ ਸਮਝਦਾ, ਕਿਉਂਕਿ ਮੈਂ ਜਿਹੜੇ ਨਵੇਂ ਮੇਰੇ ਦੋਸਤ ਮਿੱਤਰ ਆ ਰਹੇ ਆ ਉਹ ਜ਼ਰੂਰ ਬਹੁਤ ਵਧੀਆ ਉਸਤਾਦ ਨਾਲ ਉਹ ਸਿੱਖਿਆ ਲੈ ਕੇ ਇਸ ਲਾਈਨ 'ਚ ਆਉਣ, ਕਿਉਂਕਿ ਇਹ ਲਾਈਨ ਗਲੈਮਰ ਦੀ ਲਾਈਨ ਹੈ, ਕੋਈ ਮਾੜੀ ਲਾਈਨ ਨਹੀਂ। ਜਦੋਂ ਅਸੀਂ ਇਸ ਲਾਈਨ ਵਿੱਚ ਆਏ ਸੀਗੇ ਸਾਡੇ ਘਰਦਿਆਂ ਵੱਲ ਵਿਰੋਧ ਹੋਇਆ ਥੋੜ੍ਹਾ ਬਹੁਤਾ, ਪਰ ਹੁਣ ਸਮਾਂ ਬਦਲ ਗਿਆ ਹੈ, ਕਿਉਂਕਿ ਹਰ ਵਰਗ ਦੇ ਲੜਕੇ ਲੜਕੀਆਂ ਇਸ ਲਾਈਨ ਵਿੱਚ, ਗਲੈਮਰ ਦੀ ਲਾਈਨ ਵਿੱਚ ਐਂਟਰ ਹੋ ਰਿਹਾ, ਤੇ ਸਾਰਿਆਂ ਨੂੰ ਜੀ ਆਇਆਂ ਨੂੰ। ਬਸ ਇਹੀ ਕਹੂੰਗਾ ਕਿ ਚੰਗਾ ਲਿਖਣ ਦੀ ਆਦਤ ਪਾਓ, ਚੰਗਾ ਗਾਉਣ ਦੀ ਆਦਤ ਪਾਓ, ਔਰ ਚੰਗਾ ਸੁਣਨ ਦੀ ਆਦਤ ਪਾਓ। ਪੰਜਾਬੀ ਸੱਭਿਆਚਾਰ ਬਹੁਤ ਅਮੀਰ ਹੈ, ਇਹਨੂੰ ਹੋਰ ਅਮੀਰ ਕਰਨਾ ਹੈ। ਤੁਸੀਂ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢਿਆ ਰਾਣੀ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ। ਸ਼ੁਕਰੀਆ।